ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਜਿਸ ਅਹਿਮ ਤੇ ਇੱਕ ਵੱਡੇ ਮੁੱਦੇ ਤੇ ਡਿਬੇਟ ਦਾ ਕੇਂਦਰ ਬਿੰਦੂ ਲੈ ਰਹੇ ਹਾਂ, ਮੁੱਦਾ ਹੈ ਧੀਆਂ ਸਾਡੀਆਂ ਪੰਜਾਬ 'ਚ ਹੋਣ, ਅਮਰੀਕਾ 'ਚ ਹੋਣ ਜਾਂ ਕੈਨੇਡਾ 'ਚ ਹੋਣ, ਆਖਰ ਕਿਉਂ ਉਹਨਾਂ ਦੇ ਐਸੇ ਲੇਖ ਸਾਡੇ ਸਮਾਜ ਨੇ, ਸਾਡੇ ਸਿਸਟਮ ਨੇ, ਸਾਡੇ ਭਾਈਚਾਰੇ ਨੇ ਲਿਖੇ ਹੈ। ਬਹੁਤੀ ਵਾਰੀ ਸਾਡੇ ਬੱਚੇ ਪ੍ਰਵਾਸ ਕਰਦੇ ਹੈ ਆਪਣੇ ਰੁਜ਼ਗਾਰ ਦੇ ਲਈ, ਆਪਣੀ ਚੰਗੀ ਜ਼ਿੰਦਗੀ ਜਿਉਣ ਦੇ ਲਈ। ਜਦੋਂ ਵਿਦੇਸ਼ੀ ਧਰਤੀ 'ਤੇ ਜਾ ਕੇ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਕਿ ਜ਼ਿੰਦਗੀ ਜਿਉਣ ਤੋਂ ਹੱਥ ਧੋਣੇ ਪੈਣ, ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਅਮਰੀਕਾ ਦੀਆਂ, ਕੈਨੇਡਾ ਦੀਆਂ, ਤੇ ਅਸੀਂ ਕਹਿੰਦੇ ਕਿ ਪੰਜਾਬ ਤਾਂ ਬਹੁਤ ਕਿਤੇ ਪਿੱਛੇ ਰਹਿ ਗਿਆ। ਬਾਹਰ ਜਾ ਕੇ ਵੀ ਜੇ ਇੱਦਾਂ ਦੀ ਹੋਣੀ ਦਾ ਹੀ ਸਾਹਮਣਾ ਕਰਨਾ ਪਏ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਸਮੁੱਚਾ ਜਿਹੜਾ ਸਿਸਟਮ ਹੈ ਉਸ 'ਤੇ ਕਿਸ ਤਰ੍ਹਾਂ ਦਾ ਸਵਾਲੀਆ ਨਿਸ਼ਾਨ ਉੱਠ ਰਿਹਾ। ਜੇ ਗੱਲ ਮਨਦੀਪ ਦੀ ਕਰ ਲਈਏ, ਚਾਹੇ ਗੱਲ ਪ੍ਰੀਤੀ ਦੀ ਕਰ ਲਈਏ, ਜਾਂ ਹੋਰ ਧੀਆਂ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਨਾਂ ਲੈਣੇ ਇਸ ਵੇਲੇ ਔਖੇ ਹੋਣਗੇ। ਸਾਡਾ ਸਮਾਜ ਸਮੇਂ-ਸਮੇਂ 'ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਕੋਈ ਨਾ ਕੋਈ ਬਹਾਨੇ, ਕੋਈ ਨਾ ਕੋਈ ਇੱਦਾਂ ਦੇ ਜਿਹੜੇ ਹੈਗੇ ਜਵਾਬ ਢੂੰਡਦਾ ਰਹਿੰਦਾ ਹੈ। ਪਰ ਸੱਚ ਆਖਰ ਇਹੀ ਹੈ ਕਿ ਸਾਡੀਆਂ ਧੀਆਂ ਪੰਜਾਬ 'ਚ ਹੋਣ, ਅਮਰੀਕਾ 'ਚ ਹੋਣ ਜਾਂ ਕੈਨੇਡਾ 'ਚ ਹੋਣ, ਕਿਉਂ ਜਾਣ ਤੋਂ ਹੱਥ ਧੋਣੇ ਪੈਂਦੇ ਹੈ। ਕਿਧਰੇ ਜਵਾਬ ਤਾਂ ਮੰਗਦੀਆਂ ਨਾ ਉਹ ਧੀਆਂ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਚਰਚਾ ਜਿਹੜੀ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਕਦਾਵਰ ਮਹਿਮਾਨ ਆਪੋ ਆਪਣੇ ਖੇਤਰਾਂ ਦੀਆਂ ਇੱਕ ਹਸਤੀਆਂ ਨੇ। ਮਾਧਵੀ ਕਟਾਰੀਆ ਜੀ ਸਾਡੇ ਸੀਨੀਅਰ IAS ਅਧਿਕਾਰੀ ਹੈ। ਇਸੇ ਤਰੀਕੇ ਨਾਲ ਸਾਡੇ ਦੂਜੇ ਮਹਿਮਾਨ ਪ੍ਰਿੰਸੀਪਲ ਤਜਿੰਦਰ ਕੌਰ ਜੀ ਨੇ। ਸਾਡੇ ਨਾਲ ਅਗਲੇ ਮਹਿਮਾਨ ਡਾਕਟਰ ਮਦਨਦੀਪ ਸਹੋਤਾ ਜੀ, ਪ੍ਰਿੰਸੀਪਲ ਦੇ ਅਹੁਦੇ 'ਤੇ ਲੰਬਾ ਸਮਾਂ ਜਿਹੜਾ ਵਿਦਿਅਕ ਖੇਤਰ 'ਚ ਉਹਨਾਂ ਨੇ ਸੇਵਾ ਨਿਭਾਈ ਹੈ। ਇਸੇ ਤਰੀਕੇ ਨਾਲ ਜਿਹੜਾ ਹੈਗਾ ਸਾਡੇ ਅਗਲੇ ਮਹਿਮਾਨ ਅਮਰਦੀਪ ਕੌਰ, ਸਮਾਜਿਕ ਖੇਤਰ 'ਚ ਉਹਨਾਂ ਦਾ ਇੱਕ ਰੁਤਬਾ ਹੈ, ਆਪਣੀ ਪਹਿਚਾਣ ਰੱਖਦੇ ਹੈ। ਸਾਰੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਜੀ ਆਖਦਾ। ਆਪਾਂ ਇਸ ਮੁੱਦੇ 'ਤੇ ਜਾਣ ਤੋਂ ਪਹਿਲਾਂ ਆਓ ਕਿਉਂ ਇਹ ਪ੍ਰਸਥਿਤੀਆਂ ਵਾਪਰਦੀਆਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਗ੍ਰਾਫਿਕਸ 'ਤੇ ਕਿ ਕਿਸ ਤਰੀਕੇ ਦਾ ਵਰਤਾਰਾ, ਚਾਹੇ ਮਨਦੀਪ ਦੀ ਗੱਲ ਕਰ ਲਈਏ, ਚਾਹੇ ਪ੍ਰੀਤੀ ਦੀ ਗੱਲ ਕਰ ਲਈਏ, ਕਿਉਂ ਵਾਪਰਦਾ ਹੈ। ਮਨਦੀਪ ਕੌਰ ਵੱਲੋਂ 4 ਅਗਸਤ ਨੂੰ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਆਪਣੇ ਦੁੱਖਾਂ ਦੀ, ਕਿਸ ਤਰੀਕੇ ਨਾਲ ਉਸਦਾ ਦੁੱਖਾਂ ਦੇ ਪਹਾੜ ਲੰਬੇ ਸਮੇਂ ਤੋਂ ਟੁੱਟਦਾ ਰਿਹਾ ਅਤੇ ਉਸਦੀਆਂ ਭੁੱਬਾਂ ਨੂੰ ਕਿਸੇ ਨੇ ਨਹੀਂ ਸੁਣਿਆ। ਉਸਨੇ ਕਿਹਾ ਕਿ ਪਤੀ ਕਿਸ ਤਰ੍ਹਾਂ ਉਸਦੀ ਕੁੱਟਮਾਰ ਕਰਦਾ ਰਿਹਾ, ਗੰਭੀਰ ਇਲਜ਼ਾਮ ਲਾਏ। ਇਹ ਵੱਖਰੀ ਗੱਲ ਹੈ, ਬਾਅਦ ਵਿੱਚ ਸਮਾਜ ਜਾਗਦਾ ਹੈ, ਬਾਅਦ ਵਿੱਚ ਅਥਰੂ ਕੇਰੇ ਜਾਂਦੇ ਹੈ। ਜਦੋਂ ਉਸਦੀ ਜਾਨ ਚਲੀ ਗਈ, ਇਹ ਫਿਰ ਠੀਕ ਹੈ ਕਿ ਨਿਊਯਾਰਕ ਹੈ ਜਾਂ ਦੁਨੀਆ ਦੇ ਹੋਰ ਵੀ ਹਿੱਸਿਆਂ 'ਚ ਇਸ ਤਰ੍ਹਾਂ ਕਿਸੇ ਧੀ ਦੇ ਜਾਣ ਦੇ ਉੱਤੇ ਰੋਸ ਪ੍ਰਗਟਾਵੇ ਕੀਤੇ ਗਏ ਹੈ ਔਰ ਦੋਸ਼ੀਆਂ ਲਈ ਸਖਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਇਹਨਾਂ ਮੁੱਦਿਆਂ 'ਤੇ ਜਦੋਂ ਆਪਾਂ ਚਰਚਾ ਕਰਦੇ ਹਾਂ, ਵੱਖ-ਵੱਖ ਚਾਹੇ ਦੁਨੀਆ 'ਚ ਸਾਡੇ ਜਿਹੜੇ ਬੈਠੇ ਭਾਈਚਾਰੇ ਦੇ ਲੋਕ ਹੈ, ਇਹਨਾਂ ਮੁੱਦਿਆਂ 'ਤੇ ਸਵਾਲ ਉਠਾਉਂਦੇ ਹੈ। ਸਵਾਲ ਉਠਾਉਣੇ ਸੁਭਾਵਿਕ ਹੈ, ਪਰ ਇਸ ਦੇ ਨਾਲ ਹੀ ਜੇ ਕਿਸੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਵੀ ਹੈ, ਜੇ ਆਪਾਂ ਮਨਦੀਪ ਦੀ ਗੱਲ ਕਰਦੇ ਹਾਂ ਤਾਂ ਉਸਦੇ ਪਤੀ ਵੱਲੋਂ ਵੀ ਜਿਹੜਾ ਹੈਗਾ ਕਿਹਾ ਗਿਆ ਕਿ ਜੀ ਮੈਂ ਨਿਰਦੋਸ਼ ਹਾਂ। ਖੈਰ, ਸਾਰੇ ਆਪਣੇ ਆਪ ਨੂੰ ਨਿਰਦੋਸ਼ ਹੀ ਕਹਿੰਦੇ ਹੈ। ਜੇ ਅਜਿਹਾ ਨਾ ਹੋਵੇ ਤਾਂ ਅਦਾਲਤਾਂ ਦੀ ਜਾਂ ਸਿਸਟਮ ਦੀ ਜ਼ਰੂਰਤ ਹੀ ਨਾ ਪਵੇ। ਇਹਨਾਂ ਮੁੱਦਿਆਂ 'ਤੇ ਮਹਿਮਾਨ ਆਪਣੇ ਨਾਲ ਜੁੜੇ ਹੋਏ ਹੈ। ਮੈਂ ਸਵਾਲ ਲੈਣਾ। ਮਾਧਵੀ ਕਟਾਰੀਆ ਜੀ, ਪਹਿਲਾ ਸਵਾਲ ਤੁਹਾਡੇ ਤੋਂ ਬੜਾ ਪ੍ਰਸ਼ਾਸਕੀ ਤਜਰਬਾ ਹੈ, ਇਸ ਖੇਤਰ ਨਾਲ ਲੰਬੇ ਸਮੇਂ ਤੋਂ ਤੁਹਾਡਾ ਵਾਹ ਪਿਆ, ਤੁਸੀਂ ਸਮਾਜ ਦੇ ਦੁੱਖ ਦਰਦ ਨੂੰ ਭਲੀ ਭਾਂਤ ਜਾਣਦੇ ਹੋ। ਕਿਉਂ ਪੰਜਾਬ 'ਚ ਉੱਠ ਕੇ ਜਿਹੜੀਆਂ ਧੀਆਂ ਆਪਣੇ ਚੰਗੇ ਭਵਿੱਖ ਲਈ, ਰੁਜ਼ਗਾਰ ਲਈ ਕੈਨੇਡਾ ਗਈਆਂ, ਅਮਰੀਕਾ ਗਈਆਂ, ਦੁਨੀਆ ਦੇ ਦੂਜੇ ਹਿੱਸਿਆਂ 'ਚ ਗਈਆਂ, ਕਿਉਂ ਜਾਣ ਤੋਂ ਹੱਥ ਧੋਣੇ ਪੈਂਦੇ ਹੈ ਮਨਦੀਪ ਵਰਗੀਆਂ ਧੀਆਂ ਨੂੰ, ਜਾਂ ਕਿਉਂ ਪ੍ਰੀਤੀ ਵਰਗੀਆਂ ਧੀਆਂ ਕਹਿੰਦੀਆਂ ਕਿ ਬਚਾਓ ਜੇ ਬਚਾਇਆ ਜਾ ਸਕਦਾ ਹੈ। बड़ी ही स्पष्ट गल है और बहुत भारे मन नाल ये गल नू वार-वार किया जाता है ते अज मैं फिर कह रही हाँ कि जिहड़ा साडा पितरी सत्ता दा एक समाज सिरजिया गया है जिहदे विच ना बराबरी ते वितकरा इन्नी गूढ़े तरीके नाल
ਮੌਜੂਦ ਹੈ ਕਿ ਚਾਹੇ ਉਹ ਪੰਜਾਬ 'ਚ ਰਹਿ ਲੈਣ ਧੀਆਂ ਤੇ ਚਾਹੇ ਉਹ ਬਾਹਰ ਚਲੀਆਂ ਜਾਣ, ਉਹ ਜਿਹੜਾ ਇੱਕ ਵੈਲਿਊ ਸਿਸਟਮ ਹੈ ਪਰਿਵਾਰਾਂ ਦੇ ਵਿੱਚ, ਇੱਕ ਮਰਦ ਦਾ ਅਪਰ ਹੈਂਡ, ਔਰਤ ਦਾ ਦੋਇਮ ਦਰਜਾ, ਉਹ ਆਪਣੇ ਨਾਲ ਹੀ ਉਹ ਲੈ ਕੇ ਬਾਹਰਲੇ ਬੜੇ ਐਡਵਾਂਸਡ ਜਿਹੜੇ ਮੁਲਕ ਨੇ ਉੱਥੇ ਵੀ ਜਾਂਦੇ ਨੇ ਤੇ ਉਹ ਵੈਲਿਊ ਸਿਸਟਮ ਉੱਥੇ ਵੀ ਉਸਨੂੰ ਉਹ ਬਚਾ ਕੇ ਰੱਖਦੇ ਨੇ। ਨਾਲ ਹੀ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਉਹਨਾਂ ਦੇਸ਼ਾਂ ਦੇ ਵਿੱਚ ਨਾ ਬਰਾਬਰੀ ਕਾਫੀ ਘੱਟ ਦੀ ਜਾ ਰਹੀ ਹੈ ਲਗਾਤਾਰ। ਤੇ ਜਿਸ ਤਰ੍ਹਾਂ ਇੱਕ ਗਲੋਬਲ ਜੈਂਡਰ ਗੈਪ ਰਿਪੋਰਟ ਹੈਗੀ ਹੈ ਜਿਹੜੀ 2021 ਦੀ ਹੈ, ਉਹਦੇ ਅਨੁਸਾਰ ਜਿਹੜਾ ਸਾਡਾ ਸਾਊਥ ਏਸ਼ੀਅਨ ਰੀਜਨ ਹੈ ਉਹਨੂੰ 195.4 ਸਾਲ ਹੋਰ ਲੱਗਣਗੇ ਕਿ ਉਹ ਜੈਂਡਰ ਗੈਪ ਨੂੰ ਬਰਾਬਰ ਕਰ ਸਕੇ। ਔਰ ਭਾਰਤ ਦਾ ਉਹਦੇ ਵਿੱਚ ਕਾਫੀ ਮਾੜੀ ਸਥਿਤੀ ਹੈ, ਸਾਡੀ 3rd ਵਰਸਟ ਕੰਟਰੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਚਾਹੇ ਐਡਵਾਂਸ ਕੰਟਰੀ ਚਲੇ ਗਏ, ਅਸੀਂ ਟੈਕਨੋਲੋਜੀਕਲੀ ਉਹ ਚਲੇ ਗਏ, ਲੇਕਿਨ ਜਿਹੜਾ ਵਿਚਾਰਕ ਤੌਰ ਤੇ, ਜਿਹੜਾ ਇੱਕ ਸੰਸਕਾਰਕ ਤੌਰ ਤੇ ਸਾਡਾ ਪਿਛੜਾਪਨ ਹੈ, ਅਸੀਂ ਉਸ ਤੋਂ ਹੱਥ ਨਹੀਂ ਖਿੱਚ ਰਹੇ। ਉੱਥੇ ਜਾ ਕੇ ਵੀ ਅਸੀਂ ਚਾਹੇ ਇਸ ਨੂੰ ਕਿ ਅਸੀਂ ਆਪਣੀ ਸੰਸਕ੍ਰਿਤੀ, ਆਪਣਾ ਕਲਚਰ ਬਚਾ ਕੇ ਰੱਖ ਰਹੇ ਹਾਂ, ਐਸ ਇੱਕ ਸਮੋਕ ਸਕਰੀਨ ਦੇ ਅੰਦਰ ਜਿਹੜੇ ਮੇਲਸ ਨੇ, ਜਿਹੜੀ ਇੱਕ ਪਿਤਰੀ ਸੱਤਾ ਦੀ ਸੋਚ ਹੈ, ਉਸ ਨੂੰ ਹੀ ਵਧਾਵਾ ਦਿੱਤਾ ਜਾ ਰਿਹਾ। ਉੱਥੋਂ ਦੇ ਸਿਸਟਮਸ ਇਹੋ ਜਿਹੇ ਨੇ ਕਿ ਉਹ ਇੱਕ ਔਰਤ ਨੂੰ ਸਪੋਰਟ ਕਰਦੇ ਨੇ। ਸਾਰੇ ਜਿਹੜੇ ਲਾਜ਼ ਨੇ ਮੈਂ ਕਿਹਾ ਜਾਂਦਾ ਹੈ ਕਿ ਵੀ ਔਰਤ ਦੇ ਪੱਖ 'ਚ ਹੈ, ਔਰ ਉਹ ਇਹ ਜਿਹੜੇ ਸਾਡੇ ਇਨਸੀਡੈਂਟਸ ਹੁੰਦੇ ਆ ਉਹ ਵਾਰ-ਵਾਰ ਇਹੀ ਦੱਸਦੇ ਆ ਕਿ ਹਾਂ ਔਰਤ ਦੇ ਹੱਕ ਵਿੱਚ ਤਾਂ ਨੇ ਕਿਉਂਕਿ ਔਰਤ 'ਤੇ ਜ਼ੁਲਮ ਬਹੁਤ ਜ਼ਿਆਦਾ ਹੁੰਦਾ ਹੈ। ਹੁਣ ਉਹਨਾਂ ਦੇਸ਼ਾਂ ਦੇ ਵਿੱਚ ਲਾਅ ਦੀ ਇੰਪਲੀਮੈਂਟੇਸ਼ਨ ਮੱਚ ਬੈਟਰ ਹੈ, ਇਸ ਕਰਕੇ ਲੋਕਾਂ 'ਚ ਵੀ ਕੌਨਫੀਡੈਂਸ ਹੁੰਦਾ ਹੈ, ਔਰ ਜਿਹਨੇ ਕੋਈ ਜ਼ੁਲਮ ਕਰਨਾ ਉਹਨੂੰ ਵੀ ਖਤਰਾ ਹੁੰਦਾ ਹੈਗਾ ਕਿ ਵੀ ਮੈਂ ਸੁੱਕਾ ਨਹੀਂ ਬਚਾਂਗਾ। ਲੇਕਿਨ ਇੰਡੀਆ ਦੇ ਵਿੱਚ ਜਾਂ ਜਿਹੜੇ ਇੱਥੋਂ ਜਾਂਦੇ ਹੈ ਉਹਨਾਂ 'ਤੇ ਉਹ ਆਪਣੀ ਸੋਚ ਇੰਨੀ ਭਾਰੂ ਹੁੰਦੀ ਹੈ ਕਿ ਉਹ ਸ਼ਾਇਦ ਇਸ ਚੀਜ਼ ਨੂੰ ਭੁੱਲ ਹੀ ਜਾਂਦੇ ਆ ਕਿ ਉੱਥੋਂ ਦਾ ਜਿਹੜਾ ਕਾਨੂੰਨ ਹੈ ਉਹ ਉਹਨਾਂ ਨੂੰ ਬਖਸ਼ੇਗਾ ਨਹੀਂ। ਇੱਥੇ ਮੈਂ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੀ ਅਸੀਂ ਸਾਰੀ ਸੁਇਸਾਈਡ ਦੀ ਗੱਲ ਕਰ ਰਹੇ ਹਾਂ, ਨਿਊਯਾਰਕ ਪੁਲਿਸ ਨੇ ਇਸ ਨੂੰ ਸੁਇਸਾਈਡ ਦਾ ਮਾਮਲੇ ਦੇ ਤੌਰ ਤੇ ਦਰਜ ਨਹੀਂ ਕੀਤਾ, ਉਹਨਾਂ ਨੇ ਹੋਮਿਸਾਈਡ ਦੇ ਮਾਮਲੇ ਤੇ ਦਰਜ ਕੀਤਾ ਹੈਗਾ, ਜੋ ਕਿ ਮੈਂ ਸਮਝਦੀ ਹਾਂ ਇੱਕ ਸਾਡੇ ਵਾਸਤੇ ਵੀ ਬੜੀ ਸੋਚਣ ਦੀ ਗੱਲ ਹੈ ਕਿ ਇਸ ਨੂੰ ਇੱਕ ਮਰਡਰ ਹੀ ਮੰਨਿਆ ਜਾ ਰਿਹਾ ਹੈ ਔਰ ਉਸ ਤਰੀਕੇ ਨਾਲ ਇਹਨੂੰ ਟਰੀਟ ਕੀਤਾ ਜਾਏਗਾ। ਮਾਧਵੀ ਜੀ, ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਸਵਾਲ ਉਠਾਇਆ, ਸਾਡੇ ਜਿਹੜੇ ਰਾਜਸੀ ਨੇਤਾ ਬੜਾ ਦਾਅਵਾ ਕਰਦੇ ਹੈ, ਇਹ ਵੀ ਕਿਹਾ ਜਾਂਦਾ ਕਿ ਦੁਨੀਆ ਭਰ ਦੇ ਲੋਕ ਜਿਹੜੇ ਹੈਗੇ ਸਾਡੀ ਜਵਾਨੀ ਵੱਲ, ਯੂਥ ਵੱਲ ਦੇਖ ਰਿਹਾ, ਅਗਵਾਈ ਕਰੇਗਾ ਕਹਿੰਦੇ ਆ ਸਾਡਾ ਯੂਥ। ਜਦੋਂ ਉਹੀ ਸਾਡੀ ਜਵਾਨੀ ਜਾ ਕੇ ਕਦੇ ਅਮਰੀਕਾ ਜਾਂ ਕੈਨੇਡਾ 'ਚ ਆਪਣੀ ਜਾਨ ਤੋਂ ਹੱਥ ਧੋਂਦੀ ਹੈ ਤਾਂ ਸਾਡੇ ਆਗੂਆਂ 'ਤੇ ਵੀ ਬਹੁਤ ਵੱਡੇ ਸਵਾਲ ਉੱਠਦੇ ਹੈ। ਪ੍ਰਿੰਸੀਪਲ ਤਜਿੰਦਰ ਜੀ, ਤੁਸੀਂ ਲੰਬਾ ਸਮਾਂ ਹੁਣ ਵੀ ਵਿੱਦਿਅਕ ਖੇਤਰ 'ਚ ਸੇਵਾ ਕਰ ਰਹੇ ਹੋ, ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਹੈਗੇ ਤੁਹਾਡੇ ਕੋਲੋਂ ਪੜ੍ਹ ਕੇ ਵਿਦੇਸ਼ਾਂ 'ਚ ਗਏ ਹੋਣਗੇ, ਇੱਧਰ ਆਪਣੇ ਰੁਜ਼ਗਾਰ ਉਹਨਾਂ ਨੇ ਪ੍ਰਾਪਤ ਕੀਤੇ ਹੋਣਗੇ। ਆਖਰ ਕਿਉਂ ਅਜਿਹਾ ਵਰਤਾਰਾ, ਜਿੱਦਾਂ ਮਾਧਵੀ ਜੀ ਕਹਿੰਦੇ ਆ ਕਿ ਅਸੀਂ ਦਾਅਵਾ ਬੜਾ ਕਰਦੇ ਹਾਂ ਆਪਣੇ ਆਪ ਨੂੰ ਦੁਨੀਆ ਦਾ ਮੋਹਰੀ ਮੁਲਕਾਂ 'ਚ ਹੋਣ ਦਾ, ਕਿਉਂ ਭਾਰਤ ਅਜੇ ਵੀ ਇੰਨਾ ਪਛੜਿਆ ਹੋਇਆ, ਸਭ ਤੋਂ ਪਛੜੇ ਮੁਲਕਾਂ 'ਚ ਇਸ ਮਾਮਲੇ 'ਚ, ਕਿ ਔਰਤਾਂ ਤੇ ਜ਼ਾਤੀਆਂ ਤੇ ਜਦੋਂ ਬਾਹਰ ਜਾ ਕੇ ਇਦਾਂ ਦਾ ਹੁੰਦਾ ਜਿੱਥੇ ਜਿਹਨੂੰ ਕਹਿੰਦੇ ਇੱਕ ਪਰਦੇਸੀ ਧਰਤੀ, ਜਿੱਥੇ ਸੁਣਵਾਈ ਕੋਈ ਨਹੀਂ, ਕੋਈ ਜ਼ਰੂਰ ਹਮਦਰਦੀ ਦੇ ਹੰਝੂ ਕਰਦੇ ਹੋਣਗੇ, ਪਰ ਲੜਾਈ ਕਿੰਨੀ ਔਖੀ ਹੈ ਕਿਸੇ ਇਕੱਲੇ ਵੱਲੋਂ ਲੜੀ ਜਾਣੀ, ਉਹ ਵੀ ਜੇ ਕੁੜੀ ਹੋਵੇ। प्रिया के डेवलप्ड कंट्री और इस तरह ਦੇ ਵਿੱਚ ਜਿਹੜੇ ਬੱਚੇ ਸਾਡੇ ਜਾ ਰਹੇ ਨੇ, ਜੋ ਮੈਡਮ ਕਟਾਰੀਆ ਨੇ ਫੈਕਟ ਦਿੱਤੇ ਆ ਉਹ ਉੱਥੋਂ ਵੀ ਜ਼ਿਆਦਾ ਚੁੱਪ ਵਾਲੇ ਨੇ। ਇਹ ਮਹਿਸੂਸ ਕਰਦੀ ਹਾਂ ਕਿ ਦੇਸ਼ ਦੇ ਭਾਰਤ ਹੋਵੇ ਜਾਂ ਅਮਰੀਕਾ ਜਾਂ ਯੂਕੇ ਹੋਵੇ, ਬੱਚੇ ਦੀ ਸ਼ਖਸੀਅਤ ਦੀ ਉਸਾਰੀ ਕਿਸ ਤਰ੍ਹਾਂ ਕੀਤੀ ਗਈ ਹੈ, ਉਹਦੀ ਲਿੰਕ ਕੀਤੀ ਗਈ ਹੈ, ਉਹਦੀ ਫਿਜ਼ੀਕਲ, ਇਮੋਸ਼ਨਲ ਐਂਡ ਮੈਂਟਲ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਹੋਈ ਹੈ ਤੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣ ਦੇ ਯੋਗ ਮਾਪਿਆਂ ਨੇ ਤੇ ਅਧਿਆਪਕਾਂ ਨੇ ਬਣਾਇਆ ਹੈ। ਇਹ ਸਾਰਾ ਦੋਸ਼ ਹੈ, ਇਸ ਤਰ੍ਹਾਂ ਨਹੀਂ ਕਹਿ ਰਹੇ। ਮਨਦੀਪ ਜੋ ਸੀ ਉਹ ਮਾਨਸਿਕ ਤੌਰ ਤੇ ਕਮਜ਼ੋਰ ਸੀ, ਮੈਂ ਗੱਲ ਕਰ ਰਹੀ ਹਾਂ ਉਹਨਾਂ ਦੋਵਾਂ ਬੱਚਿਆਂ ਦੀ ਜਿਨ੍ਹਾਂ ਦਾ ਵਿਆਹ ਹੋਇਆ, ਜਿਹਨਾਂ ਨੂੰ ਸਮਾਜ ਨੇ
ने, टीचरां ने ते सोसाइटी ने विआह नूं ठीक तरीके नाल ਉਹ नहीं कर सकते थे ते उदों तलाक हुंदे ने, लड़ाइयां हुंदियां ने, झगड़े हुंदे ने। बच्चों ते सब तो जिहड़ी fertility हुंदी है वो बच्चे हुंदे ने और बहुत अफसोस भी हुंदी है अपना देश रोजगार ना दे सके, अपना देश तसल्ली ना दे सके, अपना देश अपने संस्कारां नूं बचाउण वास्ते अपनी बुकल वड्डी ना कर सकिया होवे आजादी दे 70 साल बीत जाण दे बाद भी साडी जवानी सुपनमई हो के बाहर ते ਉਹਦੀ ਆਪਣੀ ਤਿਆਰੀ ਨਾ ਹੋਵੇ ਕਿ ਉਹ ਕਿਸ ਤਰ੍ਹਾਂ ਉਸ ਧਰਤੀ ਦੇ ਜਿਹੜਾ ਸੱਭਿਆਚਾਰ ਹੈ ਉਹਦੇ ਵਿੱਚ ਸਮਾਉਣਾ ਹੈ ਕਿਉਂਕਿ ਭਾਰਤ ਉਹ ਬਾਹਰਲੇ ਕੰਟਰੀਜ਼ ਦੇ ਵਿੱਚ ਵੈਸਟਰਨ ਤੇ ਈਸਟਰਨ ਕੰਟਰੀਜ਼ ਦੇ ਵਿੱਚ ਬਹੁਤ ਵੱਡਾ ਗੈਪ ਹੈ। ਸਵਾਲ ਲੈਣਾ ਉਦੋਂ ਤੱਕ ਡਾਕਟਰ ਸੋਹਤਾ ਇਸੇ ਮੁੱਦੇ ਤੇ ਤੁਹਾਡਾ ਵੀ ਵਿਦਿਅਕ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਿੱਦਾਂ ਮੈਂ ਕਿਹਾ ਬਹੁਤ ਸਾਰੇ ਬੱਚੇ ਤੁਹਾਡੇ ਪੜ੍ਹਾਏ ਹੋਏ ਵਿਦੇਸ਼ਾਂ 'ਚ ਵੀ ਹੋਣਗੇ, ਇੱਧਰ ਵੀ ਹੋਣਗੇ। ਕਿਉਂ ਇਹ ਵਰਤਾਰਾ ਵਾਪਰ ਰਿਹਾ ਦੁਨੀਆ ਭਰ 'ਚ ਜੋ ਸਾਡੀਆਂ ਧੀਆਂ ਜਾਂਦੀਆਂ ਅਮਰੀਕਾ, ਕੈਨੇਡਾ ਜਾਂ ਹੋਰਾਂ ਮੁਲਕਾਂ ਦੇ ਅੰਦਰ ਇਸ ਤਰ੍ਹਾਂ ਦੀ ਸਥਿਤੀ ਕਿਉਂ ਆਉਂਦੀ ਹੈ ਕਿ ਜਾਨ ਤੋਂ ਹੱਥ ਧੋਣੇ ਪੈਂਦੇ ਆ ਔਰ ਬੇਬਸ ਹੁੰਦੇ ਆ ਮਾਪੇ, ਕੇਸ ਦਰਜ ਹੁੰਦੇ ਆ, ਲੰਬੀਆਂ ਲੜਾਈਆਂ ਲੜੀਆਂ ਜਾਂਦੀਆਂ। ਆਪਾਂ ਜਾਣਦੇ ਹਾਂ ਕਿ ਐਂਡ 'ਤੇ ਕਿੰਨਾ ਕੁ ਨੂੰ ਇਨਸਾਫ ਮਿਲਦਾ ਹੈ। ਜੀ ਡਾਕਟਰ ਸੋਹਤਾ ਜੀ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਦੁਖਦਾਈ ਖਬਰ ਹੈਗੀ ਹੈ ਇਹਨੂੰ ਸਾਰੇ ਸੰਸਾਰ ਦੇ ਜਿਹੜੇ ਮਾਤਾ ਪਿਤਾ ਨੇ ਜਾਂ ਜਿਹੜੇ ਸੂਝਵਾਨ ਜੀਵ ਨੇ ਉਹਨਾਂ ਨੂੰ ਜਿੱਥੇ ਝੰਜੋੜ ਕੇ ਰੱਖ ਦਿੱਤਾ, ਉੱਥੇ ਮੈਨੂੰ ਅੱਜ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਦੀ ਯਾਦ ਆ ਰਹੀ ਹੈ। ਜਿਨ੍ਹਾਂ ਨੇ ਲਿਖਿਆ ਸੀ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਕੋਈ ਅੱਜ ਪੰਜਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਸਾਡਾ ਵਾਰਿਸ ਸ਼ਾਹ ਨੂੰ ਕਹਿਣ। ਉਹ ਮੁਲਕ ਜਿੱਥੇ ਦੇਵੀ ਪੂਜਨ, ਕੰਜਕ ਪੂਜਨ, ਰਕਸ਼ਾ ਬੰਧਨ ਹੁਣੇ ਅਸੀਂ 2 ਦਿਨਾਂ ਬਾਅਦ ਮਨਾਉਣਾ ਹੈਗਾ, ਜਿੱਥੇ ਭੈਣ ਭਰਾ ਦਾ ਰਿਸ਼ਤੇ ਨੂੰ ਪਰਪੱਕ ਕਰਦੇ ਹਾਂ, ਜਿੱਥੇ ਗੁਰੂ ਸਾਹਿਬ ਨੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ, ਉਸ ਤੋਂ ਹਟ ਕੇ ਉਹਨਾਂ ਨੇ ਕਿਹਾ ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਭੰਡ ਮੁਆ ਭੰਡ ਭਾਲੀਏ ਭੰਡ ਹੋਏ ਬੰਧਾਨ, ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾਨ। ਸੋ ਇਹ ਜਿਹੀਆਂ ਪਰਿਸਥਿਤੀਆਂ ਦੇ ਵਿੱਚ ਜੋ ਉਸ ਬੱਚੀ ਦਾ ਹਸ਼ਰ ਹੋਇਆ ਉਹ ਇੱਕ ਆਈਸੋਲੇਟਡ ਨਹੀਂ ਹੈ, ਉਹ ਇੱਕ ਬੜੀ ਹੀ ਤਸਵੀਰ ਹੈ ਉਹ ਸਮਾਜ ਦੀ, ਸਭਿਅਕ ਸਮਾਜ ਦੀ, ਜਿੱਥੇ ਮਾਤਾ ਪਿਤਾ ਆਪਣੀਆਂ ਲਾਡਲੀਆਂ ਬੱਚੀਆਂ ਨੂੰ ਪਾਲ ਪੋਸ ਕੇ ਲਾਇਕ ਬਣਾ ਕੇ ਕਾਬਲ ਬਣਾ ਕੇ ਆਪਣੀ ਸਮਾਜ ਦੀ ਰੌ ਰੀਤੀ ਦੇ ਮੁਤਾਬਕ ਦੂਸਰੇ ਪਰਿਵਾਰ ਵਿੱਚ ਸ਼ਾਦੀ ਕਰਦੇ ਨੇ ਔਰ ਵਿਦੇਸ਼ ਦੇ ਵਿੱਚ ਇੱਕ ਚੰਗਾ ਜੀਵਨ ਜਿਉਣ ਦੇ ਵਾਸਤੇ, ਇੱਕ ਕੁਆਲਿਟੀ ਦਾ ਜੀਵਨ ਜਿਉਣ ਦੇ ਵਾਸਤੇ ਉਹ ਕਹਿੰਦੇ ਨੇ ਕਿ ਸਾਡੀ ਬੱਚੀ ਹੁਣ ਉਸ ਐਡਵਾਂਸ ਮੁਲਕ ਚਲੀ ਗਈ ਹੈ ਜਿੱਥੇ ਕਿ ਕਾਨੂੰਨ ਦਾ ਰਾਜ ਹੈ, ਜਿੱਥੇ ਕਿ ਬਿਲਕੁਲ ਸਭ ਨੂੰ ਇੱਕ ਸੂਤਰ ਪਰੋਇਆ ਜਾਂਦਾ ਹੈ। ਉੱਥੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਹੋਣੀਆਂ, ਮਾਨਸਿਕਤਾ ਦਾ ਦਿਵਾਲੀਆ ਸਿੱਧੂ ਸਾਹਿਬ ਜਿੱਥੇ ਨਜ਼ਰ ਆਉਂਦਾ ਹੈ, ਉੱਥੇ ਜ਼ਰੂਰ ਸਾਡਾ ਜਿਹੜਾ ਹੈਗਾ, ਸਾਡੀ ਜਿਹੜੀ ਸਮਾਜ ਦੀ ਬੁਨਿਆਦ ਹੈ ਉਹ ਹਿਲਦੀ ਹੈ ਇਸ ਤਰ੍ਹਾਂ ਦੇ ਇਨਸੀਡੈਂਟ ਦੇ ਨਾਲ ਕਿ ਅਸੀਂ ਕੀ ਕਹਿੰਦੇ ਹਾਂ, ਕੀ ਸੋਚਦੇ ਹਾਂ ਔਰ ਕੀ ਕਰਦੇ ਹਾਂ। ਕਥਨੀ ਤੇ ਕਰਨੀ ਵਿੱਚ ਕਿੰਨਾ ਵੱਡਾ ਅੰਤਰ ਹੈ। ਸਭ ਤੋਂ ਵੱਡੀ ਗੱਲ ਬਾਬਾ ਕਿ ਇਹ ਉਸ ਸਮਾਜ ਵਿੱਚ ਪਰਿਵਾਰਾਂ ਵਿੱਚ ਵਿਚ ਰਿਹਾ ਹੈ ਜਿਹੜਾ ਕਿ ਆਪਣੇ ਆਪ ਨੂੰ ਪੜ੍ਹੇ ਲਿਖੇ ਸੱਭਿਅਕ ਅੱਛੇ ਪਰਿਵਾਰ ਉੱਚ ਕੋਟੀ ਦੇ ਕਹਾਉਂਦੇ ਨੇ, ਕੋਈ ਗਰੀਬ ਝੁੱਗੀਆਂ ਵਾਲੇ ਨਹੀਂ ਜਿਹੜੇ ਜਿਨ੍ਹਾਂ ਨੂੰ ਕਿ ਆਪਾਂ ਕਹੀਏ ਇਹਨਾਂ ਨੂੰ ਸਮਝ ਨਹੀਂ, ਇਹਨਾਂ ਨੂੰ ਸੂਝ ਨਹੀਂ। ਸੋ ਜਿੱਥੇ ਇਹ ਬੜੀ ਦੁਖਦਾਈ ਘਟਨਾ ਹੈ, ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ, ਵਰਲਡ ਦੀ ਜਿਹੜੀ ਪ੍ਰੈਸ ਨੂੰ ਹਿਲਾ ਕੇ ਰੱਖ ਦਿੱਤਾ, ਉੱਥੇ ਮੈਂ ਕਹਿੰਦੀ ਹਾਂ ਕਿ ਅਜਿਹੇ ਬੇਸ਼ੱਕ ਵਾਇਲੈਂਸ ਅਗੇਂਸਟ ਵਿਮਨ ਬੜਾ ਸਟ੍ਰਿੰਜੈਂਟ ਲਾਜ਼ ਹੈਗੇ ਨੇ, ਭਾਵੇਂ ਹਿੰਦੁਸਤਾਨ ਹੈ, ਅਬਰੋਡ ਵਿੱਚ ਹੋਰ ਵੀ ਜ਼ਿਆਦਾ ਨੇ,
ਲੇਕਿਨ ਜਿਹੜਾ ਵਰਤਾਰਾ ਵਾਪਰਿਆ ਹੈ ਉਸ ਦੀਆਂ ਭੁੱਬਾਂ ਜਿਹੜੀਆਂ ਨੇ ਕਿਸੇ ਨੇ ਅਣਸੁਣੀਆਂ ਕੀਤੀਆਂ, ਅਣਦੇਖੀਆਂ ਕੀਤੀਆਂ, ਉਸ ਨੂੰ ਪਰਮਾਤਮਾ ਕਰੇ ਕਿ ਅੱਗੇ ਵਾਸਤੇ ਕੋਈ ਐਸੀ ਮਨਦੀਪ ਕੌਰ ਨਾ ਹੋਵੇ ਜਿਹਨੂੰ ਅਜਿਹੇ ਦਿਨ ਦੇਖਣੇ ਪੈਣ। ਸਾਨੂੰ ਜੀ ਡਾਕਟਰ ਆਪਣਾ ਸਾਹਿਬ। ਅੰਦਰ ਝਟੋਲਣਾ ਚਾਹੀਦਾ ਹੈ। ਸਿਵਿਕ ਸੁਸਾਇਟੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ। ਧਾਰਮਿਕ ਸੰਸਥਾਨਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ। ਜੀ ਜੀ ਅਮਰਦੀਪ ਜੀ, ਤੁਸੀਂ ਸਮਾਜਿਕ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਹੈ। ਜੋ ਇਹ ਭਾਣਾ ਵਾਪਰਿਆ, ਦੇਖੋ ਸਮਾਜ ਦੇ ਉੱਤੇ ਵੀ ਬਹੁਤ ਵੱਡਾ ਸਵਾਲ ਇਸ ਮੁੱਦੇ ਤੇ ਉੱਠਦਾ ਹੈ। ਅਕਸਰ ਇਹ ਕਿਹਾ ਜਾਂਦਾ ਕਿ ਜਦੋਂ ਇਦਾਂ ਦੇ ਭਾਣੇ ਵਾਪਰ ਜਾਂਦੇ ਹੈ, ਸਾਡਾ ਸਮਾਜ ਅੱਗੇ ਆਉਂਦਾ। ਦੇਖੋ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਆ। ਕਈ ਵਾਰੀ ਇਹ ਹੁੰਦਾ ਕਿ ਇਸ ਤਰ੍ਹਾਂ ਵਾਪਰਦੇ, ਅਚਾਨਕ ਬੇਬਸੀ ਹੁੰਦੀ ਹੈ। ਪਰ ਧੀਆਂ ਦੇ ਜਿਹੜੇ ਇਹੋ ਜਿਹੇ ਵਰਤਾਰੇ ਵਾਲੇ ਹਾਦਸੇ ਹੈ, ਉਹ ਇੱਕ ਦਿਨ 'ਚ ਨਹੀਂ, ਉਹਦਾ ਪ੍ਰੋਸੈਸ ਕਾਫੀ ਲੰਬਾ। ਕਿਸ ਤਰ੍ਹਾਂ ਤਸ਼ੱਦਦ ਚੱਲਣਾ ਪਿਆ, ਉਹਦੇ ਜਿਉਂਦਿਆਂ ਜੀ ਸਮਾਜ ਕਿਉਂ ਨਹੀਂ ਜਾਗਦਾ। ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਜਦੋਂ ਦੁਨੀਆ 'ਚੋਂ ਚਲੇ ਜਾਂਦੇ ਆ, ਬਾਅਦ ਵਿੱਚ ਆਪਾਂ ਪੁੱਬਾਂ ਮਾਰ ਕੇ ਰੋਂਦੇ ਆ, ਅੱਖਾਂ 'ਚੋਂ ਹੰਝੂ ਗਿਰਦੇ ਆ। ਪਰ ਜਦੋਂ ਜਿਉਂਦੇ ਹੁੰਦੇ ਆ, ਜੇ ਸ਼ਾਇਦ ਇਹਨਾਂ ਯੋਧਿਆਂ ਨੇ ਵੀ ਜਾ ਕੇ ਕਿਤੇ ਬਾਂਹ ਫੜੀ ਹੁੰਦੀ ਤਾਂ ਮਨਦੀਪ ਕੌਰ ਵੀ ਬਚ ਸਕਦੀ ਸੀ ਤੇ ਸਾਨੂੰ ਵੀ ਇਸ ਮੁੱਦੇ ਤੇ ਡਿਬੇਟ ਨਾ ਕਰਨੀ ਪੈਂਦੀ। ਜੀ ਅਮਰਦੀਪ। ਜਗਤਾਰ ਜੀ, ਇੱਕ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਸਾਡੀ ਬੱਚੀ ਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ। ਕਿਆ ਇੱਕ ਵਾਰ ਅਸੀਂ ਇਹ ਸੋਚ ਰਹੇ ਹਾਂ ਕਿ ਉਹਦੀ ਮੈਂਟਲੀ ਹਾਲਾਤ ਉਹਦੇ ਕੀ ਹੋਣੇ ਹੈ? ਉਹ ਇੱਕ ਜਾਨਵਰ, ਉਹ ਇੱਕ ਪਿਸ਼ਾਚ ਵਰਗਾ ਆਦਮੀ ਜਿਸ ਤਰ੍ਹਾਂ ਉਹਨੂੰ ਕੁੱਟ ਰਿਹਾ ਹੈ ਔਰ 8 ਸਾਲ ਉਸ ਕੁੱਟ ਨੂੰ ਬਰਦਾਸ਼ਤ ਕਰਦੀ ਰਹੀ ਹੈ। ਇਹਦਾ ਸਭ ਤੋਂ ਵੱਡਾ ਸਵਾਲ ਜੋ ਉੱਠਦਾ ਹੈ, ਮਾਫ ਕਰਨਾ ਜੇ ਮੇਰੀ ਗੱਲ ਦਾ ਕਿਸੇ ਨੂੰ ਵੀ ਬੁਰਾ ਲੱਗੇ, ਉਹ ਉਹਦੇ ਪਰਿਵਾਰ ਤੇ ਉੱਠਦਾ ਹੈ। अरे सवेरे बच्चा घरों गया होवे, शाम तक ना मुड़े, पेरेंट्स की जान निकल जाती है। 8 साल ਉਹਦੇ ਵਿਆਹ ਨੂੰ ਹੋ ਗਏ, ਦੋ ਘਰ ਬੱਚੇ ਸੀ, ਆਖਿਰ ਪਰਿਵਾਰ ਕਿੱਥੇ ਸੁੱਤਾ ਪਿਆ ਸੀਗਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੀ ਧੀ ਨਾਲ ਕੀ ਵਾਪਰਿਆ। ਇਸ ਕਰਕੇ ਇਹ ਕਹਿਣਾ ਜ਼ਿਆਦਾ ਜ਼ਰੂਰੀ ਹੋਏਗਾ, ਜਿਸ ਦਿਨ ਲਾਗੇ ਸੋਏ ਤੱਕ ਜਾਣੇ। ਓਏ ਉਹ ਮਾਂ ਤਾਂ ਫਿਰ ਵੀ ਆਪਣੀ ਧੀਆਂ ਦਾ ਮੂੰਹ ਵੇਖ ਕੇ 8 ਸਾਲ ਕੁੱਟ ਖਾਂਦੀ ਰਹੀ, ਲੇਕਿਨ ਡੁੱਬ ਕੇ ਮਰ ਜਾਣਾ ਚਾਹੀਦਾ ਉਸ ਔਰਤ ਨੂੰ ਜੋ ਉਸ ਡੰਗਰ ਡੱਫਰ ਆਦਮੀ ਦੀ ਮਾਂ ਜਿਹੜੀ ਆਪ ਔਰਤ ਹੋ ਕੇ ਇੱਕ ਔਰਤ ਨੂੰ ਕੁੱਟਵਾ ਰਹੀ ਹੈ। ਤੇ ਇਹ ਸਵਾਲਾਂ ਨਿਸ਼ਾਨ ਸਿਰਫ ਸਿਸਟਮ ਤੇ ਨਹੀਂ, ਸਾਡੇ ਸਵੈਮ ਤੇ ਹੈ, ਸਾਡੇ ਆਪ ਤੇ ਹੈ, ਸਾਡੇ ਪਰਿਵਾਰਾਂ ਤੇ ਹੈ। ਆਖਿਰ ਅਸੀਂ ਕਿਉਂ ਬਰਦਾਸ਼ਤ ਕਰਦੇ ਹਾਂ, ਕਿਉਂ ਕਹਿੰਦੇ ਹਾਂ ਵੀ ਧੀਏ ਤੈਨੂੰ ਵਿਆਹ ਦਿੱਤਾ ਹੈ। ਔਰ ਮੈਂ ਸਭ ਤੋਂ ਵੱਡੀ ਗੱਲ ਹੈ ਜਗਤਾਰ ਜੀ, ਸਾਰੀ ਉਮਰ ਜਿੱਥੇ ਧੀ ਰਹਿੰਦੀ ਹੈ, ਜਿਹਨੂੰ 24 ਘੰਟੇ ਸਰਵਿਸ ਦਿੰਦੀ ਹੈ, ਜਿਸ ਪਰਿਵਾਰ ਨੂੰ ਮਰਨ ਤੋਂ ਬਾਅਦ ਉਹਦੇ ਪੇਕਿਆਂ ਨੂੰ ਫੋਨ ਜਾਂਦਾ ਹੈ ਵੀ ਕੁੜੀ ਦਾ ਸੂਟ ਲੈ ਕੇ ਆ ਜਾਓ, ਕਿਉਂਕਿ ਮੋਇਆ ਬਾਅਦ ਵੀ ਉਸ ਘਰ ਦਾ ਸੂਟ ਤੱਕ ਉਹਨੂੰ ਨਸੀਬ ਨਹੀਂ। ਸਾਰੀ ਜ਼ਿੰਦਗੀ ਸਟਰਗਲ ਕਰਦੀ ਹੈ ਔਰਤ ਹਰ ਖੇਤਰ ਦੇ ਅੰਦਰ, ਚਾਹੇ ਉਹ ਪਰਿਵਾਰ ਹੋਏ, ਚਾਹੇ ਉਹ ਸੋਸ਼ਲ ਸਿਸਟਮ ਹੋਏ, ਜਿੱਥੇ ਵੀ ਜਾਂਦੀ ਹੈ ਉਹਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ। ਦੇਖੋ ਜਗਤਾਰ ਜੀ, ਮੈਂ ਆਪ ਉਸ ਪ੍ਰਤਾੜਨਾ ਨੂੰ ਭੁਗਤਿਆ ਹੋਇਆ ਹੈ। ਮੈਂ ਆਪ ਇੱਕ ਸਿੰਗਲ ਪੇਰੈਂਟ ਹੈ, 2 ਪੁੱਤਰ ਹੈ। ਅੱਜ ਤੋਂ 20 ਸਾਲ ਪਹਿਲੇ ਮੈਂ ਇਹ ਸਭ ਕੁਝ ਭੁਗਤ ਚੁੱਕੀ ਹਾਂ ਔਰ ਮੈਨੂੰ ਪਤਾ ਹੈ ਜਿਸ ਵਕਤ ਇਹ ਸਭ ਵਾਪਰਦਾ ਹੈ ਕੋਈ ਵੀ ਨੇੜੇ ਨਹੀਂ ਲੱਗਦਾ, ਔਰਤ ਨੂੰ ਆਪ ਸਰਵਾਈਵ ਕਰਨਾ ਪੈਂਦਾ ਹੈ। ਸਭ ਤੋਂ ਜ਼ਿਆਦਾ ਉਹਨੂੰ ਧੋਖਾ ਹੈ ਸਮਾਜ ਦਿੰਦਾ ਹੈ, ਉਹਨੂੰ ਪ੍ਰਤਾੜਿਤ ਕਰਦਾ ਹੈ। ਉਹ ਕੀ ਕਰੇ, ਮਰਨ ਤੇ ਉਹਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਇੰਨਾ ਹਰਾਸ ਹੋ ਚੁੱਕੀ ਹੁੰਦੀ ਹੈ ਕਿ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਕਈ ਤੇ ਨਿਕਲ ਜਾਂਦੀਆਂ ਨੇ, ਚਲੋ ਬਈ ਨਾਮ ਦਾ ਸਹਾਰਾ ਲੈ ਲਿਆ, ਕਿਤੇ ਮਤਲਬ ਠੀਕ ਹੈ ਬਾਣੀ ਨਾਲ ਜੁੜ ਗਏ, ਪਰ ਅੱਜ ਪੰਜਾਬ ਦੇ ਵਿੱਚ ਕਿੱਥੇ ਬਾਣੀ ਨਹੀਂ ਹੈ। ਪਹਿਲੇ ਮੈਨੂੰ ਇਹ ਦੱਸੋ, ਗੁਰੂਆਂ ਦੀ ਧਰਤੀ ਹੈ ਉਹ, ਜਿੱਥੇ ਇਹ ਕਿਹਾ ਜਾਂਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਤ ਕੇ ਰੱਖੇ, ਉਸ ਵੇਲੇ ਇਹਨਾਂ ਦੀ ਮੱਤ ਕਿੱਥੇ ਜਾਂਦੀ ਹੈ ਜਿਸ ਵਕਤ ਇੱਕ ਔਰਤ ਨੂੰ ਇਸ ਤਰ੍ਹਾਂ ਮਰਨਾ ਪੈਂਦਾ ਹੈ। ਦੇਖੋ ਜੋ ਮਰਜ਼ੀ ਤੁਸੀਂ ਕਹੋ ਜਗਤਾਰ ਜੀ, ਅਸੀਂ ਜਿੰਨਾ ਮਰਜ਼ੀ, ਸਾਨੂੰ ਅੱਜ ਪਤਾ ਲੱਗਿਆ ਔਰ ਅਸੀਂ ਆਨਲਾਈਨ ਆ ਕੇ ਠੀਕ ਹੈ ਡਿਬੇਟ ਕਰ ਰਹੇ ਹਾਂ, ਲੇਕਿਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦਾ ਪਰਿਵਾਰ ਹੀ ਜ਼ਿੰਮੇਵਾਰ ਹੈ। 8 ਸਾਲ ਇੱਕ ਬੱਚੀ ਪ੍ਰਤਾੜਿਤ ਹੁੰਦੀ ਹੈ, ਵਾਪਸ ਲਿਆਉਂਦੇ ਉਹਨੂੰ ਆਪ ਕਮਾ ਕੇ ਪਾਲ ਲੈਂਦੀ। ਅਮਰਦੀਪ ਜੀ, ਇੱਕ ਸਵਾਲ ਮੈਂ ਤੁਹਾਡੇ ਕੋਲੋਂ ਲੈਣਾ ਚਾਹਾਂਗਾ। ਦੇਖੋ ਪਰਿਵਾਰ ਦੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਆਪ ਵੀ ਇਹ ਗੱਲ ਕੀਤੀ ਹੈ ਕਿ ਜੋ ਤਨ ਲੱਗੇ ਸੋਈ ਜਾਣੇ। ਸੋ ਪਰਿਵਾਰ ਤਾਂ ਪਤਾ ਨਹੀਂ ਕਿੰਨੀ ਬੇਬਸੀ ਚੋਂ ਨਿਕਲਿਆ ਹੋਏਗਾ, ਪਰ ਮੈਂ ਨਾਲ ਇਹ ਸਵਾਲ ਲੈ ਰਿਹਾ। ਦੇਖੋ ਤੁਸੀਂ ਵੀ ਸਮਾਜਿਕ ਕਾਰਕੁਨ ਹੋ, ਜਿਹੜਾ ਸਮਾਜ ਬਾਅਦ ਵਿੱਚ ਇਕੱਠੇ ਹੋ ਕੇ ਪ੍ਰੋਟੈਸਟ ਕਰਦਾ ਹੈ, ਮੁਜ਼ਾਹਰੇ ਕਰਦਾ ਹੈ, ਰੋਸ ਪ੍ਰਗਟਾਵੇ ਕਰਦਾ ਹੈ, ਆਖਰ ਉਹ ਕੁੜੀ ਨੇ ਕਿਸੇ ਕੋਲੇ ਤਾਂ ਆਪਣੀ ਵਿਥਿਆ ਦੱਸਦੀ ਹੋਏਗੀ ਨਾ। ਇੱਦਾਂ ਦੀਆਂ ਕਿੰਨੀਆਂ ਸੈਂਕੜੇ ਕੁੜੀਆਂ ਹੋਣਗੀਆਂ ਜਿਹੜੀਆਂ ਸਮਾਜ 'ਚ ਝੋਲੀ ਅੱਡ ਕੇ ਔਰ ਕਚਹਿਰੀਆਂ 'ਚ ਜਾਂਦੀਆਂ।
ਕਿਸ ਤਰ੍ਹਾਂ ਦੇ ਜਿਹੜੇ ਅਨਿਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਦੋਂ ਮੇਰੀ ਗੱਲ ਸੁਣੋ। ਚਲੋ ਮੈਂ ਤੁਹਾਡੀ ਗੱਲ ਵੱਡੀ ਕਰਦੀ ਹਾਂ। ਮੈਂ ਹੁਣੇ ਇੱਕ ਡਿਜੀਟਲ ਪੰਜਾਬ ਪੋਸਟ ਕਰਕੇ ਆਨਲਾਈਨ ਸੋਸ਼ਲ ਮੀਡੀਆ ਦਾ ਗਰੁੱਪ ਹੈ, ਉਹਦੇ ਵਿੱਚ ਉਹਨਾਂ ਦੀ ਤਾਈ ਕਹੀ ਹੈ ਕਿ ਕੁੜੀ ਨੇ ਸਾਨੂੰ ਦੱਸਿਆ ਕੁਝ ਨਹੀਂਗਾ। ਚਲੋ ਠੀਕ ਹੈ। ਔਰ ਉਸ ਤੋਂ ਬਾਅਦ ਉਹ ਕਹਿੰਦੀ ਹੈ ਵੀ 8 ਸਾਲ ਹੋ ਗਏ ਅਸੀਂ ਦੇਖਦੇ ਰਹੇ, ਅੱਜ ਸੁਧਰੇਗਾ ਅੱਜ ਸੁਧਰੇਗਾ। ਜੋ ਤੁਹਾਨੂੰ ਕੁਝ ਦੱਸਿਆ ਹੀ ਨਹੀਂ ਤੇ ਤੁਸੀਂ ਕਿਸ ਗੱਲ ਦਾ ਵੇਟ ਕਰ ਰਹੇ ਸੀ ਵੀ ਉਹ ਸੁਧਰੇਗਾ ਸੁਧਰੇਗਾ? ਇਹੋ ਜਿਹੇ ਬੰਦੇ ਨਹੀਂ ਸੁਧਰਦੇ। 8 ਸਾਲ 2 ਧੀਆਂ ਹੋ ਗਈਆਂ ਜੋ ਨਹੀਂ ਸੁਧਰਿਆ, ਪਹਿਲਾਂ ਹੀ ਕੁੜੀ ਨੂੰ ਮੂਵ ਕਰਵਾ ਲੈਣਾ ਚਾਹੀਦਾ ਸੀਗਾ। ਮੈਂ ਕਹਿੰਦੀ ਹਾਂ ਸਿਰਫ ਵਿਦੇਸ਼ ਤੋਂ ਨਹੀਂ, ਆਪਣੇ ਦੇਸ਼ ਵਿੱਚ ਸਭ ਕੁਝ ਨਹੀਂ ਹੋ ਰਿਹਾ। क्या इंडिया च नहीं हो रहा? ठीक है, वो आज दूर बैठी थी, ये एक मजबूरी थी कि वो दूर थी, लेकिन ये रोज ऐसी समाज का हिस्सा बन चुका है क्राइम। आज पंजाब दी मैं अगर जे पंजाब गरीबी देखा तो कहने कि गरीब ही है ही नहीं, क्योंकि सारा पंजाब विदेशों च बैठा तो क्राइम नशा भी सबसे ज्यादा उत्थे ही है। आखिर किस चीज की वेट कर रहे होंगे? मरण की भी वेट कर रहे होंगे। जी कुड़ी आके वीडियो जी अमरदीप बिल्कुल ये और देखो मैं हुणे देखा कि ने मेरी गल सुनो पहले, उन्हां दी बेटी ने लाइव वीडियो अपने नाना जी नु कीता है, परिवार नु कीता भी देखो मेरी मम्मी चली गई, उन्हें हुण वापस नहीं मुड़ना। मैं नहीं मान सकदी पर मान लिया कि आज परिवार बहुत तो गुजर रहे हैं। इतना भागा जो हालात उन्होंने रब कितने ना, लेकिन सब तो पहले साडा परिवार ही जी। अमरदीप जी ਤੁਹਾਡਾ ਵੀ ਬੜਾ ਗਿਆ। ਮਾਧਵ ਕਟਾਰੀਆ ਬਹੁਤ ਵੱਡਾ ਸਵਾਲ ਜਿਹੜਾ ਅਮਰਦੀਪ ਇਹ ਕਹਿ ਰਿਹਾ ਹੈ ਕਿ ਜੋ ਕੁਝ ਵਾਪਰਿਆ ਉਹਦੇ ਬਾਰੇ ਤਾਂ ਕੋਈ ਦੋ ਰਾਹ ਨਹੀਂ, ਵੱਡੀ ਮੰਦਭਾਗੀ ਘਟਨਾ, ਸਾਰਿਆਂ ਦੇ ਮਨ ਪੀੜਤ ਹੈ, ਸੁਭਾਵਿਕ ਹੈ। ਜੋ ਸਾਰਿਆਂ ਦੇ ਮਨ ਵਿੱਚ ਵੀ ਇਹ ਗੱਲ ਉੱਠ ਰਹੀ ਹੋਏਗੀ ਕਿ ਉਸ ਬੱਚੀ ਦੀ ਪਰਵਰਿਸ਼ ਕਿਸ ਤਰ੍ਹਾਂ ਹੋਈ ਹੈ, ਜਿਸ ਮਾਹੌਲ ਦੇ ਵਿੱਚ ਉਹਨੂੰ ਜਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਗਏ, ਜੋ ਕਿ ਉਸਨੇ ਆਪਣੇ ਵੀਡੀਓ 'ਚ ਵੀ ਕਿਹਾ ਕਿ ਮੈਂ ਸਹਿੰਦੀ ਗਈ ਔਰ ਮੈਂ ਕਿਹਾ ਮੇਰੇ ਨਾਲ ਹੁਣ ਠੀਕ ਹੋ ਜਾਏਗਾ, ਹੁਣ ਠੀਕ ਹੋ ਜਾਏਗਾ। ਇਹ ਕਿਉਂਕਿ ਇੱਕ ਟੋਟਲ ਐਂਟੀ फीमेल एक वैल्यू सिस्टम है कि बई हाँ नहीं तो एक कुछ छड़ दिती तो बड़ी शर्म वाली गल है। और उसनू जदों एक बारी इन्नी ज़्यादा प्रताड़ित होकर उन्होंने पुलिस च कंप्लेंट लिखाई तो फिर उन्होंने क्योंकि उत्थों दे लॉ वुड हैव टेकन इट्स कोर्स तो उन्होंने कोई ठल पैनी सी, लेकिन फिर उस तरह का एक जिहड़ा संस्कार कि बई तुसी नहीं इन्हां नाल असी भुल्लो चलो फिर भी घर बच जाए, वॉट एवर यू नो वे यू वॉन्ट टू आर्ग्यू इट। लेकिन उस टाइम फिर उन्हें अपनी कंप्लेंट ते खड़ी नहीं रही और उसने उन्होंने सपोर्ट करके फिर बचा लिया। व्हाट डज इट शो? इट शोज कि असी एक लड़की दी ओनू मेंटली असी ठीक तरीके नाल उसनू तैयार ही नहीं किया। असी उसदी किस तरह की पढ़ाई लिखाई की, असी किस तरह उन्होंने खुद मुख्तारी का कुछ दिता, असी उन्होंने खुद मुख्तारी का पाठ नहीं पढ़ाते असी। और अगर उसदे अंदर ये एम्पावर्ड स्पिरिट हुंदी तो उथों दा लॉ एवरीथिंग उसने उसकी पूरी तरह उसनू बचाना सी। मैं ये चीज़ बहुत जिम्मेवारी नाल कह रही हाँ। सो उस लड़की दे अंदर इन्नी शक्ति नहीं आई कि जो इत्थों दी पढ़ाई लिखाई नाल घर दे संस्कारां नाल या जदों लड़की नू बाहर भेज रहे हो उस टाइम उसनू एक पूरे तरीके नाल तुसी मेंटली इक्विप करके भेजना होंदा है। सिर्फ दहेज दे के ते इत्थों भेज के चंगी जिंदगी नहीं है। उसने जो जिंदगी जीनी है, जिस तरह दी दुश्वारियां आ सकदियां ने, जिस तरह का वो उत्थे किस तरह के जिहड़े विमेन ग्रुप्स ने या उत्थों के जिहड़े लॉ ने उस बारे किस तरह उस दी प्रोटेक्शन हो सकती है, ये भी बहुत ज़रूरी है। साडी मिनिस्ट्री ऑफ एक्सटर्नल अफेयर्स 8 घंटे बाद एक NRI डोमैस्टिक अब्यूज़ की कॉल आती है और पंजाब दियां 50,000 FIRs मतलब 2-3 सालों च हो चुकी है ना, जिहदे 32,000 सिर्फ साडी पंजाब दी हैं। ये कहने का मतलब ये है कि बई जिहड़े उसनू अप्रोच भी कर रहे ने, जदों उसनू लिखवा रहे ने FIR, फिर वो सिस्टैमिक प्रॉब्लम्स ने भी उत्थे डिवोर्स दे दिंदा है, वो शादी जिथे हुई है उत्थे होनी चाहिए है। तो इन्हां चीज़ां विच एक प्रशासकी आंदी है गल, जदों कि असीं जानदे हां सुषमा स्वराज जी दे टाइम एक अकाउंटेबिलिटी रखण वास्ते और प्रोटैक्शन वास्ते एक बिल लिआंदा गया सी, लेकिन ये साडा पितरी सत्ता समाज ही है कि असीं हाए तौबा कर लैंदे हां या असीं बाणी दीयां गल्लां कर लैंदे हां, लेकिन ज़मीनी हकीकत ये है कि औरतां
ਪਿਸ ਰਹੀਆਂ ਨੇ, ਬੁਰੀ ਤਰ੍ਹਾਂ ਪਿਸ ਰਹੀਆਂ ਨੇ, ਜਿਹੜੇ ਇਸ ਚੋਂ ਨਿਕਲਦੀਆਂ ਨੇ ਉਹ ਦੂਸਰਿਆਂ ਨੂੰ ਮਦਦ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਨੇ, ਜਾਂ ਕੁਝ ਹੋਰ ਕੁਝ ਇਹੋ ਜਿਹੀਆਂ ਸੰਸਥਾਵਾਂ ਨੇ ਕੋਸ਼ਿਸ਼ ਕਰ ਰਹੀਆਂ ਨੇ। ਲੇਕਿਨ ਜਦੋਂ ਤੁਸੀਂ ਡੇਟਾ ਦੇਖੋ ਤਾਂ ਸਾਡੇ ਜਿਹੜੇ ਐਮਬੈਸੀਜ਼ ਨੇ ਉਹਨਾਂ ਦੀ ਜਿਹੜੀ ਕੀ ਕਾਰਗੁਜ਼ਾਰੀ ਹੈ, ਇਸ ਤੇ ਬਹੁਤ ਹੀ ਵੱਡਾ ਸਵਾਲੀਆ ਨਿਸ਼ਾਨ ਹੈ। ਜਦੋਂ NRIs ਆਪਣੇ ਉੱਥੇ ਐਮਬੈਸੀ ਨੂੰ ਅਪਰੋਚ ਕਰ ਸਕਦੇ ਨੇ, ਉਹ ਕਿੰਨਾ ਕੁ ਉਹਦੇ 'ਚ ਇੰਟਰਸਟ ਲੈਂਦੇ ਨੇ, ਕਿੰਨੀ ਕੁ ਉਹਨਾਂ ਦੀ ਇਨਵੋਲਵਮੈਂਟ ਹੈ। ਆਈ ਥਿੰਕ ਥੀਜ਼ ਆਰ ਆਲ ਇਸ਼ੂਜ਼ ਜੋ ਕਿ ਇਸ ਮੌਕੇ 'ਤੇ ਫਿਰ ਇਸ 'ਤੇ ਵਾਕਈ ਕੋਈ ਇਫੈਕਟਿਵ ਤਰੀਕੇ ਨਾਲ ਕੰਮ ਹੋਣਾ ਚਾਹੀਦਾ। ਇਹੋ ਜਿਹੀਆਂ ਘਟਨਾਵਾਂ ਜਿਸ ਤਰ੍ਹਾਂ ਮੇਰੇ ਸਾਥੀ ਨੇ ਕਿਹਾ, ਇਹ ਰੋਜ਼ ਹੀ ਹੋ ਰਹੀਆਂ ਨੇ, ਇੱਕ ਇੰਟਰਨੈਸ਼ਨਲ ਲੈਵਲ 'ਤੇ ਆ ਗਈ ਔਰ ਇਸ ਤਰ੍ਹਾਂ 'ਤੇ ਇਹਨੂੰ ਇੱਕ ਜ਼ਿਆਦਾ ਵਿਜ਼ਿਬਿਲਿਟੀ ਮਿਲ ਗਈ। ਲੇਕਿਨ ਸਾਡਾ ਦਿਲ ਜਾਣਦਾ ਹੈ ਕਿ ਡੇ ਇਨ ਐਂਡ ਡੇ ਆਊਟ ਇਹ ਭਾਰਤ ਵਿੱਚ ਔਰ ਸਾਡੇ ਜਿੱਥੇ ਵੀ ਭਾਰਤੀ ਔਰ ਖ਼ਾਸ ਤੌਰ 'ਤੇ ਪੰਜਾਬੀ ਨੇ, ਇਸ ਤਰ੍ਹਾਂ ਦੀ ਜਿਹੜੀਆਂ ਹੈ ਕੁੱਟਮਾਰ ਔਰ ਵਿਤਕਰਾ ਔਰ ਇਹ ਸਾਰੀਆਂ ਚੱਲ ਰਹੀਆਂ। ਮੈਂ ਪਰਸਨਲੀ ਕੁਝ ਕੇਸਿਸ ਇਸ ਤਰੀਕੇ ਨਾਲ ਕੈਨੇਡਾ ਵਿੱਚ ਦੇਖੇ ਨੇ, ਜਿੱਥੇ ਕਿ ਉੱਥੋਂ ਦਾ ਜਿਹੜਾ ਸਿਸਟਮ ਹੈ ਸੋਸ਼ਲ ਸਿਕਿਉਰਿਟੀ ਦਾ, ਜਦੋਂ ਕਿ ਬੱਚੇ ਨੇ ਵੀ ਇਨਫੋਰਮ ਕਰਤਾ ਵੀ ਮੇਰੇ ਫਾਦਰ ਮਦਰ ਨੂੰ ਮਾਰ ਰਹੇ ਨੇ ਔਰ ਉਹ ਲੋਕ ਆ ਗਏ, ਲੇਕਿਨ ਉਹਦੇ ਬਾਅਦ ਇੰਨਾ ਪ੍ਰੈਸ਼ਰ ਫੈਮਿਲੀ ਵੱਲੋਂ, ਫਾਦਰ ਵੱਲੋਂ, ਹੋਰ ਰਿਸ਼ਤੇਦਾਰਾਂ ਵੱਲੋਂ ਕਿ ਨਹੀਂ ਬਸ ਤੁਸੀਂ ਇਹ ਘਰ ਦੀ ਗੱਲ ਬਾਹਰ ਨਹੀਂ ਜਾਣ ਦੇਣੀ। ਦਿਸ ਥਿੰਗ ਕਿ ਘਰ ਦੀ ਗੱਲ ਬਾਹਰ ਨਹੀਂ ਜਾਣ ਦੀ, ਇਹ ਕਿਸ ਨੂੰ ਬੈਨੀਫਿਟ ਕਰਦਾ? ਅਸੀਂ ਜਦੋਂ ਪਰਿਵਾਰ ਨੂੰ ਬਚਾਉਣਾ ਹੈ ਜਾਂ ਇੱਕ ਹਿਊਮਨ ਡਿਗਨਿਟੀ ਦੀ ਗੱਲ ਕਰਨੀ ਹੈ, ਤੇ ਫਿਰ ਘਰ ਤੋਂ ਜੇ ਬਾਹਰ ਗੱਲ ਜਾਇਆ ਜੇ ਕਿਸੇ ਦੀ ਡਿਗਨਿਟੀ ਹੁੰਦੀ ਹੈ ਜਾਂ ਇੱਕ ਬੰਦੇ ਦੀ ਜਾਨ ਬਚਦੀ ਹੈ, ਤੇ ਸਾਨੂੰ ਇਸ ਤਰ੍ਹਾਂ ਦੀ ਸੋਚ ਤੋਂ ਵੀ ਮੇਰਾ ਖਿਆਲ ਕਿਨਾਰਾ ਕਰਨਾ ਚਾਹੀਦਾ ਹੈ ਕਿ ਇੱਕ ਜਿਹੜੀ ਇਹ ਔਰਤ ਦੇ ਨਾ ਪੱਖੀ ਇੱਕ ਸੋਚ ਬਣੀ ਹੈ, ਇਹ ਕਾਫੀ ਸ਼ਰਮਨਾਕ ਗੱਲ ਹੈ। ਨਹੀਂ ਤਾਂ ਉਸ ਲੜਕੀ ਕੋਲ ਇਹ ਹਿੰਮਤ ਹੋਣੀ ਚਾਹੀਦੀ ਸੀਗੀ, ਅਗਰ ਉਸ ਨੂੰ ਇਸ ਤਰੀਕੇ ਨਾਲ ਮੈਂਟਲੀ ਪ੍ਰਿਪੇਅਰ ਕੀਤਾ। ਇੰਨੀ ਦੇਰ ਉਹ ਕੁੱਟ ਖਾ ਰਹੀ ਸੀ ਔਰ ਉਹਦਾ ਰਿਸਪੌਂਸ ਕੋਈ ਬੜਾ ਹੋਰ ਰਿਸਪੌਂਸ ਵੀ ਹੋ ਸਕਦਾ ਸੀਗਾ ਕਿ ਉਹ ਆਪਣੇ ਹੱਕ ਵਾਸਤੇ, ਆਪਣੇ ਬੱਚਿਆਂ ਵਾਸਤੇ ਉੱਥੋਂ ਦੇ ਲੀਗਲ ਸਿਸਟਮ ਨੂੰ ਪੂਰੇ ਤਰੀਕੇ ਨਾਲ ਲੈਵਰੇਜ ਕਰਕੇ ਤੇ ਆਪਣੀ ਜ਼ਿੰਦਗੀ ਨੂੰ ਕੋਈ ਰੁਕ ਦੇ। ਲੇਕਿਨ ਅਸੀਂ ਔਰ ਲੜਕੀਆਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੇ ਆ? ਜਾਓ ਤੇ ਤੁਸੀਂ ਦਾਸੀ ਬਣ ਜਾਓ, ਯੂ ਬਿਕਮ ਅ ਡੋਰਮੈਟ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਵਾਰ-ਵਾਰ ਸਭ ਨੂੰ ਪਤਾ ਨੇ, ਲੇਕਿਨ ਮੈਨੂੰ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ ਕਿ ਜਦੋਂ ਇਹ ਸੋਚ ਬਦਲੇਗੀ ਔਰ ਇਸ ਬਾਰੇ ਕੋਈ ਪੁਖਤਾ ਕਦਮ ਕੀਤੇ ਜਾਣਗੇ, ਉਠਾਏ ਜਾਣਗੇ। ਡਾਕਟਰ ਸਾਹਿਬ ਦਾ ਜਿਹੜਾ ਬੜਾ ਅਹਿਮ ਮੁੱਦਾ, ਜਿਸ ਮੁੱਦੇ ਤੇ ਅਮਰਦੀਪ ਉਹਨਾਂ ਨੇ ਇਸ ਮੁੱਦੇ ਨੂੰ ਉਠਾਇਆ, ਮਾਧਵੀ ਕਟਾਰੀਆ ਨੇ ਵੀ ਆਪਣੇ ਨਜ਼ਰੀਏ ਤੋਂ ਚਰਚਾ ਕੀਤੀ ਹੈ ਕਿ ਸਾਡੇ ਪਰਿਵਾਰ ਦੀ ਗੱਲ ਕਰ ਲਈਏ ਜਾਂ ਸਮਾਜ ਦੀ ਗੱਲ ਕਰ ਲਈਏ, ਇੱਕ ਇਹੋ ਜਿਹੇ ਮਾਹੌਲ 'ਚ ਬੇਟੀ ਦੀ ਸਿਰਜਣਾ ਕੀਤੀ ਜਾਂਦੀ ਹੈ, ਉਹਦਾ ਜਿਹੜਾ ਪਰਸਨੈਲਿਟੀ ਹੈ ਡਿਵੈਲਪ ਹੁੰਦੀ ਹੈ, ਉਹਦੇ ਸੰਸਕਾਰ ਡਿਵੈਲਪ ਹੁੰਦੇ ਹੈ ਕਿ ਮੰਨ ਕੇ ਚੱਲਿਆ ਜਾਂਦਾ ਹੈ ਕਿ ਸਾਰਾ ਜਿਹੜਾ ਹੈਗਾ ਤਸ਼ੱਦਦ ਹੈ ਜਾਂ ਚੁੱਪ ਰਹਿਣ ਦਾ ਢੰਗ ਤਰੀਕਾ, ਚਾਹੇ ਪਰਿਵਾਰ ਦੇ ਵਿੱਚ ਹੈ ਚਾਹੇ ਜੋ ਦੂਜੇ ਪਰਿਵਾਰ ਜਾਂਦੀ ਹੈ, ਉਸੇ ਨੂੰ ਟਾਰਗੇਟ ਕਰਕੇ ਕਿਸ ਤਰੀਕੇ ਨਾਲ ਸਹਿਣ ਕੀਤਾ ਜਾਵੇ। ਇਹਦੇ ਨਤੀਜੇ ਕਈ ਵਾਰੀ ਜਿੱਦਾਂ ਭਿਆਨਕ ਰੂਪ ਸਾਹਮਣੇ ਆਇਆ, ਸਾਹਮਣੇ ਆਉਂਦੇ ਆ। ਬਹੁਤ ਵੱਡਾ ਸਵਾਲ ਜਿਹੜਾ ਇਸ ਮਾਮਲੇ ਤੇ ਉੱਠ ਰਿਹਾ ਡਾਕਟਰ ਸਾਹਿਬ, ਸਮਾਜ ਦੀ ਗੱਲ ਜਾਂ ਪਰਿਵਾਰ ਦੀ ਗੱਲ, ਕਿਉਂ ਨਹੀਂ ਅਸੀਂ ਆਪਣੀਆਂ ਧੀਆਂ ਨੂੰ ਇਸ ਕਦਰ ਬਣਾ ਸਕਦੇ ਕਿ ਇੱਦਾਂ ਦੇ ਤਸ਼ੱਦਦ ਜਾਂ ਇੱਦਾਂ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾ ਸਕਣ? ਜ਼ਰੂਰਤ ਨਾ ਪਵੇ ਅੱਜ ਜਿਹੜਾ ਇਹਨਾਂ ਮੁੱਦਿਆਂ ਤੇ ਹੰਝੂ ਕੇਰਨ ਦੀ। ਜੀ ਸਿੱਧੂ ਸਾਹਿਬ ਜਿਵੇਂ ਕਹਿੰਦੇ ਨੇ ਕਿ ਜੇ ਪਾਣੀ ਪੁਲਾਂ ਦੇ ਹੇਠ ਦੀ ਵਗੇ ਤਾਂ ਉਹ ਲਾਹੇਵੰਦ ਹੁੰਦਾ ਹੈ, ਅਗਰ ਉਹੀ ਪਾਣੀ ਪੁਲਾਂ ਦੇ ਉੱਪਰ ਦੀ ਵਗ ਜਾਏ ਤਾਂ ਉਹ ਘਾਤਕ ਹੋ ਸਕਦਾ ਹੈ, ਮਨੁੱਖਤਾ ਦਾ ਨਾਸ਼ ਕਰ ਸਕਦਾ ਹੈ ਜੀ। ਇਸੇ ਤਰ੍ਹਾਂ ਹੀ ਵੈਲਿਊ ਸਿਸਟਮ ਜਿਹੜਾ ਹੈਗਾ ਉਹ ਧੀਆਂ ਨੂੰ ਜ਼ਰੂਰ ਦਿੱਤਾ ਜਾਂਦਾ ਹੈ। ਅਸੀਂ ਫੇਅਰ ਸੈਕਸ ਵੀ ਕਹਿੰਦੇ ਹਾਂ ਔਰ ਅਸੀਂ ਜਨਮਦਾਤੀ ਵੀ ਕਹਿੰਦੇ ਹਾਂ, ਸਮਾਜ ਦਾ ਧੁਰਾ ਵੀ ਕਹਿੰਦੇ ਹਾਂ, ਤੇ ਨਾਲ ਹੀ ਨਾਲ ਲੇਕਿਨ ਇਹ ਅਸੀਂ ਦੇਖੀਏ ਜਦੋਂ ਅਜਿਹਾ ਵਰਤਾਰਾ ਇੱਕ ਨਹੀਂ ਅਨੇਕ ਸਾਡੀ ਨਜ਼ਰ 'ਚ ਵੀ ਆਉਂਦੇ ਨੇ, ਬਹੁਤੇ ਨਜ਼ਰ 'ਚ ਆਉਂਦੇ ਹੀ ਨਹੀਂ, ਤਾਂ ਅਸੀਂ ਇਹ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਸਪੋਰਟ ਸਿਸਟਮ ਦੀ ਬਹੁਤ ਵੱਡੀ ਕਮੀ ਹੈ। ਕਿਉਂਕਿ ਮਾਤਾ ਪਿਤਾ ਵੀ ਜਦੋਂ ਕਹਿ ਦਿੰਦੇ ਨੇ ਕਿ ਤੂੰ ਆਪਣੇ ਘਰ ਹੀ ਰਹਿਣਾ ਹੈ, ਆਪਣਾ ਦੁੱਖ ਸੁੱਖ ਉੱਥੇ ਹੀ ਕੱਟਣਾ ਹੈ, ਅੱਜ ਤੋਂ ਤੇਰਾ ਉਹੀ ਘਰ ਹੈ, ਤੂੰ ਤੇਰੀ ਅਰਥੀ ਭਾਵੇਂ ਨਿਕਲੇ ਲੇਕਿਨ ਜਿਉਂਦੇ ਜੀ ਉਸ ਘਰ ਨੂੰ ਨਹੀਂ ਛੱਡਣਾ। ਇਹੋ ਜਿਹੇ ਜਿਹੜੇ ਸੰਸਕਾਰ ਨੇ ਉਹ ਕਿਤੇ ਨਾ ਕਿਤੇ ਮਾਨਸਿਕ ਪੀੜਾ ਨੂੰ ਅੰਦਰ ਹੀ ਅੰਦਰ ਸਿੱਧੂ ਸਾਹਿਬ ਦਬਾਉਣ ਦਾ ਜਿਹੜਾ ਹੈਗਾ ਇੱਕ ਡਾਕਟਰ ਸਾਹਿਬ ਇੱਕ ਸਵਾਲ, ਡਾਕਟਰ ਸਾਹਿਬ ਤੁਹਾਡੀ ਇਜਾਜ਼ਤ ਨਾਲ ਇੱਕ ਸਵਾਲ ਮੈਂ ਲੈਣਾ ਚਾਹਾਂਗਾ। ਦੇਖੋ ਆਪਾਂ ਪਰਿਵਾਰ ਦੀ ਤੇ ਸਮਾਜ ਦੀ ਗੱਲ ਕਰਦੇ ਹਾਂ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋਵੋਗੇ, ਪਰ ਬੱਚੇ ਦਾ ਕਾਫੀ ਵੱਡਾ ਹਿੱਸਾ ਸਕੂਲਾਂ ਤੇ ਕਾਲਜਾਂ ਦੇ ਵਿੱਚ ਵੀ ਉਹਦੀ ਪਰਸਨੈਲਿਟੀ ਕਿਸ ਕਦਰ ਡਿਵੈਲਪ ਹੁੰਦੀ ਹੈ, ਉਹਦੇ ਲਈ ਕਾਲਜ ਤੇ ਸਕੂਲ ਵੀ ਕਾਫੀ ਭੂਮਿਕਾ ਅਦਾ ਕਰਦੇ। ਆਪਾਂ ਕਹਿੰਦੇ ਹਾਂ ਕਿ ਬੱਚੇ ਦਾ ਦੂਜਾ ਘਰ ਜਿਹੜਾ ਕਾਲਜ ਹੁੰਦਾ ਜਾਂ ਸਕੂਲ ਹੁੰਦੇ ਆ। ਕੀ ਲੱਗਦਾ ਹੈ ਕਿ ਕਿਧਰੇ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਬਹੁਤ ਵੱਡਾ ਫਲਾਅ ਹੈ ਜਾਂ ਬਹੁਤ ਵੱਡਾ ਨੁਕਸ ਹੈ
ਕਿ ਅਸੀਂ ਕੁੜੀਆਂ ਦੀ ਧੀਆਂ ਦੀ ਇਸ ਢੰਗ ਨਾਲ ਜਿਹੜੀ ਹੈਗੀ ਹੈ ਉਹਨਾਂ ਦੀ ਪਰਸਨੈਲਿਟੀ ਡਿਵੈਲਪ ਹੀ ਨਹੀਂ ਕਰ ਸਕਦੇ। ਕਦੇ ਉਹ ਕਾਲਜਾਂ ਦੇ ਵਿੱਚ ਵੀ ਉਹਨਾਂ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ, ਕਦੇ ਸੜਕਾਂ ਦੇ ਜਿਹੜੇ ਤੁਰੇ ਜਾਂਦੇ ਆ ਗੁੰਡੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਖਰ ਧੀਆਂ ਹੀ ਕਿਉਂ ਟਾਰਗੇਟ ਬਣਦੀਆਂ, ਕਿਉਂ ਨਹੀਂ ਐਜੂਕੇਸ਼ਨ ਸਿਸਟਮ 'ਚ ਕਿਉਂ ਨਹੀਂ ਇਹੋ ਜਿਹੀ ਸਿੱਖਿਆ ਦਿੱਤੀ ਜਾਂਦੀ? ਜੀ ਪਰਫੈਕਟਲੀ ਯੂ ਆਰ ਰਾਈਟ। ਮੈਂ ਕਹਿੰਦੀ ਹਾਂ ਕਿ ਜਿਹੜਾ ਸਾਡਾ ਵੈਲਿਊ ਸਿਸਟਮ ਕਿੱਥੋਂ ਬਣਦਾ, ਸਾਡੇ ਸਮਾਜ ਦੀ ਜਿਹੜੀ ਬੁਨਿਆਦ ਹੈ ਉਸ ਨੂੰ ਅਸੀਂ ਤਰਾਸ਼ਦੇ ਕਿੱਥੇ ਆ? ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਜਿਹੜੇ ਨੇ ਪੇਰੈਂਟਸ ਤੋਂ ਬਾਅਦ ਜਿਹੜਾ ਸੋਸ਼ਲ ਵੈਲਿਊ ਦੇਣ ਵਾਲਾ ਜਾਂ ਬੁਨਿਆਦ ਨੂੰ ਮਜ਼ਬੂਤ ਕਰਨ ਵਾਲਾ ਅਧਿਆਪਕ ਹੁੰਦਾ ਹੈ। ਇਸ ਕਰਕੇ ਅਧਿਆਪਕ ਦੇ ਹੱਥ ਵਿੱਚ ਇਹ ਚੀਜ਼ ਹੈ ਕਿ ਜਿਹੜੇ ਬੱਚਿਆਂ ਦੀ, ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਸਕੂਲਾਂ ਕਾਲਜਾਂ ਵਿੱਚ ਕਾਉਂਸਲਿੰਗ ਦਾ ਕਾਫੀ ਵੱਡਾ ਰੋਲ ਪਲੇ ਕਰਦੇ ਨੇ, ਪੁਰਾਣੇ ਸਮੇਂ 'ਚ ਅਜਿਹਾ ਨਹੀਂ ਸੀ ਹੁੰਦਾ। ਸਾਡੇ ਸਮੇਂ ਦੇ ਵਿੱਚ ਵੀ ਟਿਊਟੋਰੀਅਲ ਗਰੁੱਪ ਲੱਗਦੇ ਹੁੰਦੇ ਸੀਗੇ ਜਿਹਦੇ ਵਿੱਚ ਬੱਚਿਆਂ ਦੀ ਜਿਹੜੀ ਹੈ ਕੋਈ ਜਿਹੜੀ ਭਾਵਨਾ ਹੈਗੀ ਹੈ ਉਸ ਨੂੰ ਦਰਸਾਇਆ ਜਾਵੇ। ਮੈਂ ਤੁਹਾਨੂੰ ਹੋਰ ਐਡ ਕਰਦੀ ਹਾਂ ਕਿ ਜਿਹੜਾ ਜਿਸ ਸਿਸਟਮ ਦੇ ਵਿੱਚ ਜੁਵੀਨਾਈਲ ਜਸਟਿਸ ਸਿਸਟਮ ਵਿੱਚ ਮੈਂ ਅੱਜ ਕੱਲ੍ਹ ਕੰਮ ਕਰ ਰਹੀ ਹਾਂ, ਮੈਂ ਦੇਖਦੀ ਹਾਂ ਕਿ ਲੜਕੀਆਂ ਦਾ, ਬੱਚੀਆਂ ਦਾ ਅਬਿਊਜ਼ ਜਿਹੜਾ ਹੈਗਾ ਉਹ ਘਰਾਂ ਵਿੱਚ ਹੀ ਹੋ ਰਿਹਾ ਹੈ, ਉਹ ਕਿਤੇ ਬਾਹਰ ਨਹੀਂ ਹੋ ਰਿਹਾ। ਉਹ ਅਨਫੋਰਚੂਨੇਟਲੀ ਕਈ ਵਾਰੀ ਜਿਹੜਾ ਅਬਿਊਜ਼ਰ ਹੈ ਉਹ ਜਿਹੜਾ ਹੈਗਾ ਉਹ ਕਈ ਵਾਰੀ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦੀ, ਭਰਾ, ਕਜ਼ਨ, ਬ੍ਰਦਰ ਜਾਂ ਬਾਪ ਵੀ ਕਈ ਵਾਰੀ ਹੁੰਦਾ ਹੈ, ਲੇਕਿਨ ਉਸ ਦੀ ਪੀੜਾ ਨੂੰ ਅੱਗੇ ਨਾ ਲਿਜਾਇਆ ਜਾਵੇ ਕਿਉਂਕਿ ਸੋਸ਼ਲ ਸਟਿਗਮਾ ਸਮਝ ਕੇ। ਮੈਂ 1-2 ਕੇਸਿਸ ਦੇਖੇ ਨੇ ਜਿਹਦੇ ਵਿੱਚ ਲੜਕੀ ਦੀ ਮਾਂ ਨੇ ਹੀ, ਬੱਚੀ ਦੀ ਨੇ, ਉਹਦੀ ਭੂਆ ਨੇ, ਉਹਦੀ ਦਾਦੀ ਨੇ ਕਿਹਾ ਕਿ ਤੂੰ ਕੀ ਚਾਹੁੰਦੀ ਹੈ ਕਿ ਇਸ ਨੂੰ ਹੁਣ ਪਬਲਿਕਲੀ ਕਰਕੇ ਤੇਰੇ ਬਾਪ ਨੂੰ ਜਾਂ ਤੇਰੇ ਭਰਾ ਨੂੰ ਅੰਦਰ ਕਰਾ ਦਈਏ ਤਾਂ ਜਿਹੜਾ ਸਾਨੂੰ ਕਮਾ ਕੇ ਦੇਣ ਵਾਲਾ ਉਹੀ ਸਲਾਖਾਂ ਪਿੱਛੇ ਹੋ ਜੇ, ਆਪਣਾ ਮੂੰਹ ਬੰਦ ਕਰ ਲੈ। ਸੋ ਅਜਿਹੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵੀ ਸਮਾਜ ਵਿੱਚ ਹੁੰਦੀਆਂ ਨੇ, ਜਿਹੜੀਆਂ ਦਰਜ ਨਹੀਂ ਹੁੰਦੀਆਂ, ਜਿਹੜੀਆਂ ਮੂੰਹ ਖੋਲਿਆ ਨਹੀਂ ਜਾਂਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜੇ ਵਿਦਿਅਕ ਅਦਾਰੇ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮਾਨਸਿਕਤਾ ਨੂੰ ਮਜ਼ਬੂਤ ਕਰਨ। ਕਿਉਂ ਕਿਹਾ ਜਾਂਦਾ ਹੈ, ਅੱਜ ਦੇਖੋ ਤੁਸੀਂ ਢੋਲ ਨਗਾਰਿਆਂ ਦੇ ਨਾਲ ਜਿਹੜੇ ਬੱਚੇ ਕਾਮਨਵੈਲਥ ਗੇਮਸ ਦੇ ਵਿੱਚੋਂ ਇੰਟਰਨੈਸ਼ਨਲ ਪੱਧਰ ਤੇ ਮੱਲਾ ਮਾਰ ਕੇ ਆ ਰਹੇ ਨੇ, ਉਹ ਉਹੀ ਧੀਆਂ ਦਾ ਜਿਹੜਾ ਹੈਗਾ ਅਸੀਂ ਫੁੱਲੇ ਨਹੀਂ ਸਮਾਉਂਦੇ, ਹਾਰਾਂ ਦੇ ਪਾ ਕੇ ਤੇ ਢੋਲ ਨਗਾਰੇ ਵਜਾ ਕੇ ਅਸੀਂ ਸਵਾਗਤ ਕਰ ਰਹੇ ਹਾਂ। ਉਹੀ ਬੱਚੀ ਜਦੋਂ ਕਿਸੇ ਦੂਸਰੇ ਪਰਿਵਾਰ ਦਾ ਹਿੱਸਾ ਬਣਦੀ ਹੈ ਉਹ ਬੇਗਾਨੀ ਹੋ ਜਾਂਦੀ ਹੈ ਔਰ ਉਹ ਉਸ ਪਰਿਵਾਰ 'ਚ ਜਾ ਕੇ ਉਸ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਇਹ ਵੀ ਕਿਸੇ ਪਰਿਵਾਰ 'ਚੋਂ ਆਈ ਹੈ, ਇਹ ਵੀ ਕੋਈ ਬੈਕਗ੍ਰਾਉਂਡ ਲੈ ਕੇ ਆਈ ਹੈ। ਉਸ ਨੂੰ ਉੱਥੇ ਉਹਦੇ ਮੁਤਾਬਕ ਮਜਬੂਰ ਕੀਤਾ ਜਾਂਦਾ ਹੈ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ। ਇਸ ਤਰ੍ਹਾਂ ਦਾ ਵਾਤਾਵਰਨ ਹੈ। ਸੋ ਸਾਨੂੰ ਥੋੜਾ ਜਿਹਾ ਵਿਚਾਰ ਹੀ ਨਹੀਂ ਕਰਨੀ ਚਾਹੀਦੀ ਇਨ ਐਕਸ਼ਨ, ਚਾਹੇ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ, ਚਾਹੇ ਸਿਵਲ ਸੁਸਾਇਟੀ ਹੈ। ਕਾਨੂੰਨਾਂ ਦੀ ਸਿੱਧੂ ਸਾਹਿਬ ਕੋਈ ਘਾਟ ਨਹੀਂ, ਦੇयर ਆਰ ਲਾਜ਼ ਆਈਦਰ ਇੰਡੀਆ ਔਰ ਅਬਰਾਡ, ਲੇਕਿਨ ਇੰਪਲੀਮੈਂਟੇਸ਼ਨ ਆਪਾਂ ਕਾਨੂੰਨਾਂ ਦੇ ਮੁੱਦੇ ਤੇ ਵੀ ਆਉਨੇ ਆ। ਡਾਕਟਰ ਸਾਹਿਬ ਤੁਹਾਡੇ ਵੱਲ ਦੁਬਾਰਾ ਆਉਣਾ ਹੈ, ਮਜ਼ਬੂਤ ਕਰਨ ਦੀ ਲੋੜ ਹੈ। ਥੈਂਕ ਯੂ ਡਾਕਟਰ ਸਾਹਿਬ। ਸੋਚਣਾ ਚਾਹੀਦਾ ਹੈ ਕਿ ਬੱਚੀਆਂ ਜਿਹੜੀਆਂ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਖਤਮ ਕਰਨਾ ਕੋਈ ਸੌਖੀ ਗੱਲ ਨਹੀਂ। ਥੈਂਕ ਯੂ ਡਾਕਟਰ ਸਾਹਿਬ, ਮਿਹਰਬਾਨੀ। ਹੋਰ ਕੀ ਜੋ ਕੇ ਲੈਣਾ ਅਜਿਹੀ ਜ਼ਿੰਦਗੀ ਨਾਲ। ਥੈਂਕ ਯੂ, ਥੈਂਕ ਯੂ। ਮੈਂ ਸਵਾਲ ਅਮਰਦੀਪ ਜੀ ਤੋਂ ਲੈਣ ਲੱਗਿਆ। ਅਮਰਦੀਪ ਜੀ ਤੁਸੀਂ ਬਹੁਤ ਭਾਵੁਕ ਹੋ ਗਏ ਹੋ। ਇਸ ਮੁੱਦੇ ਤੇ ਸਵਾਲ ਲੈਣਾ ਮੇਰੇ ਲਈ ਬੜਾ ਮੁਸ਼ਕਲ ਹੈ, ਪਰ ਆਪਾਂ ਨੂੰ ਬਹਿਸ ਕੰਟੀਨਿਊ ਰੱਖਣੀ ਪੈਣੀ ਹੈ। ਅਮਰਦੀਪ ਜੀ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਭਾਵੁਕ ਹੋਇਆ ਗੱਲ ਨਹੀਂ ਬਣਦੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ। ਆਖਰ ਜਿਹੜਾ ਹੈਗਾ, ਜਿਸ ਤਰ੍ਹਾਂ ਮਾਧਵੀ ਕਟਾਰੀਆ ਨੇ ਕਿਹਾ, ਡਾਕਟਰ ਸੋਹਤਾ ਕਹਿ ਰਿਹਾ ਹੈ, ਤਕੜੇ ਹੋਣ ਦੀ ਲੋੜ ਹੈ। ਕਿਧਰੇ ਅਮਰਦੀਪ ਜੀ, ਕਿਧਰੇ ਵੀ ਹੈ ਸਾਡੀਆਂ ਆਰਥਿਕ ਮੰਦਹਾਲੀਆਂ ਜਾਂ ਸਮਾਜਿਕ ਜਿਹੜਾ ਪਿਛੜੇਵਾਂ ਹੈਗਾ ਉਹ ਵੀ ਵਜ੍ਹਾ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੰਨੇ ਖੂਹ 'ਚ ਧੱਕਾ ਦਿੰਦੇ ਹਾਂ। ਕਿਤੇ ਉਹ ਸਿਸਟਮ ਨੂੰ ਵੀ ਬਦਲਣ ਦੀ ਲੋੜ ਹੈ ਕਿ ਆਖਰ ਕਿਉਂ ਜਿਹੜੇ ਮਾਪੇ ਹੈ ਆਪਣੇ ਬੱਚਿਆਂ ਨੂੰ ਅੰਨੇ ਖੂਹ 'ਚ ਧੱਕਦੇ ਆ। ਇਸ ਗੱਲ ਦੇ ਲਈ, ਰੁਜ਼ਗਾਰ ਦੇ ਲਈ, ਜੇ ਮੈਂ ਕਿਸੇ ਦਾ ਨਾਂ ਲਵਾਂ, ਕਿਸੇ ਸਰਕਾਰ ਦਾ, ਕਿਸੇ ਮੁੱਖ ਮੰਤਰੀ ਦਾ, ਕਿ ਕਿਸ ਤਰ੍ਹਾਂ ਬਦਲਦੇ ਸਿਸਟਮ ਦਾ ਨਹੀਂ ਬਦਲਦਾ, ਸਮਾਜ ਕਿਸ ਤਰੀਕੇ ਨਾਲ ਜਿਹੜਾ ਕਿਸ ਕਦਰ ਜਿਹੜਾ
ਇਸ ਸੰਤਾਪ ਨੂੰ ਭੋਗ ਰਿਹਾ ਹੈ। ਇਸ ਮੁੱਦੇ ਤੇ ਅਮਰਦੀਪ ਜੀ ਤੁਹਾਡੇ ਕੋਲ ਮੈਂ ਸਵਾਲ ਜ਼ਰੂਰ, ਤੁਸੀਂ ਹਿੰਮਤ ਕਰੋ ਇਸ ਮੁੱਦੇ ਤੇ ਜ਼ਰੂਰ। ਮੈਨੂੰ ਲੱਗਦਾ ਕਿ ਦਰਸ਼ਕ ਤੁਹਾਨੂੰ ਸੁਣਨਾ ਚਾਹੁੰਦੇ ਆ ਕਿ ਤੁਸੀਂ ਕੀ ਮਹਿਸੂਸ ਕੀਤਾ ਹੈ। ਘਰ 2 ਧੀਆਂ ਨੇ, 3 ਧੀਆਂ ਨੇ, ਤਾਂ ਸਮਾਜ ਸਭ ਤੋਂ ਪਹਿਲੇ ਉਹਨੂੰ ਕਿਸ ਤਰ੍ਹਾਂ ਪ੍ਰਤਾੜਿਤ ਕਰਦਾ ਹੈ? ਇੱਕ ਦੈਨੀਏ ਉਹਨਾਂ ਦੇ ਪ੍ਰਤੀ ਭਾਵਨਾ ਹੁੰਦੀ ਹੈ। ਅੱਛਾ 2 ਬੇਟੀਆਂ ਨੇ, ਉਹ ਬੇਟਾ ਨਹੀਂ ਹੋਇਆ, ਤੇ ਸਭ ਤੋਂ ਪਹਿਲੇ ਉਹ ਪ੍ਰਤਾੜਨਾ ਨਾ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹਨੂੰ ਇਹ ਸਿਖਾਇਆ ਜਾਂਦਾ ਹੈ, ਨਾ ਧੀਏ ਐ ਨਾ ਕਰ, ਉਹ ਨਾ ਕਰ, ਨਾ ਧੀਏ ਤੂੰ ਅਗਲੇ ਘਰ ਜਾਣਾ, ਉਹ ਤਾਲਾ ਲਾ ਦਿਓ ਕਾਲਜਾਂ ਨੂੰ, ਸਕੂਲਾਂ ਨੂੰ। ਜੇ ਐਜੂਕੇਸ਼ਨ ਕੰਮ ਹੀ ਨਹੀਂ ਆਣੀ, ਕੰਮ ਤੇ ਭਾਂਡੇ ਤੇ ਕੱਪੜੇ ਤੇ ਰੋਟੀ ਨਹੀਂ ਆਣਾ, ਤੇ ਉਹੀ ਬਣਾਓ ਤੇ ਭੇਡ ਚਾਲ ਦੀ ਤਰ੍ਹਾਂ ਉਹਨੂੰ ਵਿਆਹੋ ਤੇ ਉਹਨੂੰ ਕਹੋ ਉੱਥੇ ਮਰ ਜਾ। ਫਿਰ ਕਿਉਂ ਸੀ ਉਹਨੂੰ ਸਕੂਲਾਂ ਕਾਲਜਾਂ ਦੇ ਵਿੱਚ ਭੇਜ ਕੇ ਉਹ ਆਪਣਾ ਵੀ ਸਮਾਂ ਖਰਾਬ ਕਰ ਰਿਹਾ ਤੇ ਉਸ ਬੱਚੀ ਦਾ ਵੀ, ਕਿਉਂਕਿ ਆਪਾਂ ਅਵੇਅਰਨੈਸ ਹੀ ਨਹੀਂ ਲੈ ਕੇ ਆ ਰਹੇ। ਆਪਾਂ ਉਹ ਬੱਚੇ ਨੂੰ ਸੈਲਫ ਕੌਨਫੀਡੈਂਟ ਬਣਾਉਂਦੇ ਹੀ ਨਹੀਂ। ਮੈਂ ਤੁਹਾਨੂੰ ਪੁੱਛਦੀ ਹਾਂ, ਜਿਹੜੀ ਬੱਚੀ ਵਿਆਹ ਕੇ ਅਮਰੀਕਾ ਚਲੀ ਗਈ, ਉਹ ਆਪਣੀ ਇੱਕ ਹੋਰ ਭੈਣ ਹੈ ਕਿ ਪਤਾ ਨਹੀਂ ਫਰੈਂਡ ਹੈ ਜਸਮੀਤ ਨੂੰ ਕਹਿ ਰਹੀ ਹੈ ਕਿ ਭੈਣ ਬਾਹਰ ਵਿਆਹ ਨਾ ਕਰਾਈ। ਇਹਦਾ ਮਤਲਬ ਉਹ ਬੱਚੀ ਨੂੰ ਸਮਝ ਆ ਰਿਹਾ ਹੈ ਕਿ ਉਹ ਕਿਉਂ ਕਹਿ ਰਹੀ ਹੈ। ਉਸ ਤੋਂ ਬਾਵਜੂਦ ਵੀ ਆਪਾਂ ਕੀ ਕਰਦੇ ਹਾਂ, ਨਾ ਧੀਏ ਤੇਰੀ ਭੂਆ ਕੀ ਕਹੂਗੀ, ਤੇਰਾ ਚਾਚਾ ਕੀ ਕਹੇਗਾ, ਤੇਰਾ ਮਾਮਾ ਕੀ ਕਹੇਗਾ, ਤੇਰਾ ਸਮਾਜ ਕੀ ਕਹੇਗਾ, ਉਹ ਕੌਣ ਕੀ ਕਹੇਗਾ। ਆਪਾਂ ਤੇ ਸਮਾਜ ਦੀ ਪਰਵਾਹ ਕਰਦੇ ਰਹਿੰਦੇ ਆ। ਸਾਨੂੰ ਜ਼ਿੰਦਗੀ ਪਿਆਰੀ ਨਹੀਂ, ਸਾਨੂੰ ਸਮਾਜ ਪਿਆਰਾ ਹੈ। ਆਪਾਂ ਨੂੰ ਅਵੇਅਰਨੈਸ ਲਿਆਉਣ ਦੀ ਲੋੜ ਹੈ। ਜਗਤਾਰ ਜੀ, ਮੈਂ ਚੈਨਲ ਤੋਂ ਵੀ ਇੱਕ ਰਿਕੁਐਸਟ ਕਰਾਂਗੀ ਜੀ ਕਿ ਇਸ ਮੁੱਦੇ ਨੂੰ ਇੱਥੇ ਹੀ ਖਤਮ ਨਾ ਕਰਕੇ ਇੱਕ ਤੁਸੀਂ ਸੋਸ਼ਲ ਰਸਤੇ ਤੇ ਚੱਲ ਕੇ ਇਸ ਨੂੰ ਅਵੇਅਰਨੈਸ ਲਿਆਉਣ ਲਈ ਕੰਮ ਕਰੋ। ਤੁਹਾਡੇ ਅੱਗੇ ਬੇਨਤੀ ਹੈ ਹੱਥ ਜੋੜ ਕੇ, ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੁੱਦੇ ਨੂੰ ਸਿਰਫ ਕੈਂਡਲ ਮਾਰਚ ਜਾਂ ਜਸਟਿਸ ਫॉर ਜਸਮੀਤ ਕਰਕੇ ਨੂੰ ਖਤਮ ਨਾ ਕਰੋ। ਬਦਲਾਵ ਲਿਆਓ, ਅਵੇਅਰਨੈਸ ਲਿਆਓ। ਜਿਸ ਤਰ੍ਹਾਂ ਤੁਸੀਂ ਆਪਣੇ ਬੇਟੇ ਨੂੰ ਪਾਲ ਪੋਸ ਕੇ ਜਿਸ ਤਰ੍ਹਾਂ ਸਮਝਾਉਂਦੇ ਹੋ, ਉਸੇ ਤਰ੍ਹਾਂ ਆਪਣੇ ਧੀਆਂ ਨੂੰ ਸੈਲਫ ਕੌਨਫੀਡੈਂਟ ਬਣਾਓ। ਠੀਕ ਹੈ ਯਾਰ, ਵਿਆਹ ਨਿਭਿਆ ਨਹੀਂ ਨਿਭਿਆ, ਉਹ ਆਪ ਕਰਕੇ ਖਾ ਸਕਦੀ ਹੈ, ਉਹ ਆਪ ਸਭ ਕੁਝ ਕਰ ਸਕਦੀ ਹੈ। ਜਿਸ ਤਰ੍ਹਾਂ ਈਸ਼ਵਰ ਨੇ ਇੱਕ, ਮੈਂ ਕਹਿੰਦੀ ਹਾਂ, ਪੁਰਸ਼ ਤੋਂ ਜ਼ਿਆਦਾ ਔਰਤ ਨੂੰ ਜਿਹੜਾ ਹੈ ਇੱਕ ਸ਼ਕਤੀ ਦਿੱਤੀ ਹੈ। ਆਦਮੀ ਦੇ ਵਿੱਚ ਹਲੇ ਉਨੀ ਸ਼ਕਤੀ ਨਹੀਂ ਹੈ। ਔਰ ਇੱਕ ਗੱਲ ਹੋਰ ਜਗਤਾਰ ਜੀ, ਮੈਂ ਕਹਿਣ ਤੋਂ ਮੈਨੂੰ ਗੁਰੇਜ਼ ਨਹੀਂ ਹੈ, ਇਹ ਹੁਣੇ ਮੈਂ ਇੱਕ ਵੀਡੀਓ ਮੈਂ ਹੁਣੇ ਥੋੜੇ ਦਿਨ ਪਹਿਲੇ ਦੇਖਿਆ, ਨੂਰਾ ਸਿਸਟਰ ਇੱਕ ਸਿੰਗਰ, ਉਹ ਅੱਜ ਇੱਕ ਡਿਬੇਟ ਆਪਣਾ ਕਰ ਰਹੀ ਹੈ, ਆਪਣਾ ਪ੍ਰੈਸ ਕਾਨਫਰੰਸ, ਕਿ ਉਹਦਾ ਪਤੀ, ਉਹਨੇ ਆਪਣੇ ਆਪ ਵਿਆਹ ਕੀਤਾ, ਲਵ ਮੈਰਿਜ ਸੀਗੀ, ਔਰ ਉਹਦਾ ਪਤੀ ਉਹਦੀ ਬੁਕਿੰਗ ਕਰਦਾ ਸੀਗਾ, ਉਹਦੇ ਗਾਣਿਆਂ ਦੀ ਪੈਸੇ ਵੀ ਸਾਰੇ ਆਪ ਰੱਖ ਲੈਂਦਾ ਸੀ। ਉਹ ਮਤਲਬ ਕਿੱਥੇ ਜੀ ਰਿਹਾ ਇਹ ਸਮਾਜ? एक्चुअल पुरुष प्रधान समाज है। जगतार जी, मैं माफी चाहूंगी, तुम खुद भी एक पुरुष हो। पुरुष प्रधान समाज औरत को अगे बढ़दा देख ही नहीं सकता। इस करके बचपन तो ही दिमाग दे विच पाना शुरू कर दिंदा कि तू कुड़ी है, तू कुड़ी है, तू कुड़ी है, तू कुड़ी है। वाए, अरे मैं बेटी हां, कोई श्राप नहीं। आखिर क्यों सिर्फ उसकी परवरिश इस तरह की जाती है? ये मुद्दा सिर्फ अवेयरनेस का है। मेरी बार चैनल ਨੂੰ ਬੇਨਤੀ ਹੈ, ਇਸ ਮੁੱਦੇ ਨੂੰ ਇੱਥੇ ਹੀ ਨਾ ਖਤਮ ਹੋਣ ਦਿਓ। ਸਮਾਜ ਦੇ ਵਿੱਚ ਅਵੇਅਰਨੈਸ ਲਿਆਉਣ ਦੀ ਲੋੜ ਹੈ, ਔਰ ਇਹ ਤੁਸੀਂ ਲਿਆ ਸਕਦੇ ਹੋ। ਜੀ ਅਮਰਦੀਪ ਜੀ, ਬਿਲਕੁਲ ਮੀਡੀਆ ਆਪਣੀ ਭੂਮਿਕਾ ਨਿਭਾਏਗਾ। ਜਿਹੜੇ ਵੀ ਜਾਗਦੀਆਂ ਜ਼ਮੀਰਾਂ ਵਾਲੇ, ਜਾਗਦੀਆਂ ਰੂਹਾਂ ਵਾਲੇ ਆ, ਚਾਹੇ ਮੀਡੀਆ, ਚਾਹੇ ਦੂਜੇ ਖੇਤਰਾਂ 'ਚ ਹੈ, ਉਹ ਸਾਰੇ ਆਪੋ ਆਪਣੀ ਭੂਮਿਕਾ ਜ਼ਰੂਰ ਨਿਭਾਉਂਦੇ ਆ। ਡਾਕਟਰ ਮਾਧਵੀ ਕਟਾਰੀਆ, ਇਸੇ ਮੁੱਦੇ ਤੇ ਤੁਹਾਡੇ ਕੋਲੋਂ ਸਵਾਲ ਜਿਹੜਾ ਅਮਰਦੀਪ ਹੋਣਾ ਨੇ ਕਿਹਾ ਕਿ ਕੀ ਲੱਗਦਾ ਹੈ ਕਿ ਇੱਕ ਔਰਤ ਜੇ ਆਰਥਿਕ ਤੌਰ 'ਤੇ ਥੋੜ੍ਹਾ 4 ਪੈਸੇ ਕਮਾਉਂਦੀ ਵੀ ਹੈ, ਇਹਦੇ ਬਾਵਜੂਦ ਵੀ ਜਿਹੜਾ ਉਹਦਾ ਰੁਤਬਾ ਇੱਕ ਆਜ਼ਾਦੀ ਵਾਲਾ ਕਹਿ ਲਓ ਜਾਂ ਇੱਕ ਉਹਦਾ ਸਤਿਕਾਰ ਵਾਲਾ ਕਹਿ ਲਓ, ਪਰਿਵਾਰ 'ਚ ਕਹਿ ਲਓ, ਸਮਾਜ 'ਚ, ਫਿਰ ਵੀ ਉਹ ਥਾਂ ਬਹੁਤੀਆਂ ਔਰਤਾਂ ਨੂੰ ਨਹੀਂ ਮਿਲਦਾ। ਜਿਹੜੀਆਂ ਐਗਜ਼ਾਮਪਲ ਜਿਹੜੀਆਂ ਹੈਗੀਆਂ ਅਮਰਦੀਪ ਜੀ ਨੇ ਦਿੱਤੀਆਂ, ਕਿਉਂ, ਕੀ ਵਜ੍ਹਾ ਹੈਗੀ ਹੈ? बड़ा स्पष्ट है, राइट फ्रॉम द बिगिनिंग। ये बार बार गल बाकी बुलारे भी कर चुके हैं कि शुरू तो ही, क्योंकि एक मेल चाइल्ड या मेल
ਪੁਰਸ਼ ਪ੍ਰਧਾਨ ਸਮਾਜ ਹੋਣ ਕਰਕੇ ਇੱਕ ਬੜਾ ਕਲੀਅਰ ਡਿਸਕ੍ਰਿਮੀਨੇਸ਼ਨ ਔਰ ਡਿਸਟਿੰਕਸ਼ਨ ਹੈ। ਸਾਰਾ ਜਿਹੜਾ ਇਨਵੈਸਟਮੈਂਟ ਹੈ ਇਮੋਸ਼ਨਲ, ਫਾਈਨੈਂਸ਼ੀਅਲ, ਸੋਸ਼ਲ, everything is for the male child because girl actually is begani, है ना। ਉਹ ਤਾਂ ਤੁਹਾਡੀ ਹੈ ਹੀ ਨਹੀਂ, ਹੈ ਨਾ। ਤੁਹਾਡਾ ਅਸਲ ਤਾਂ ਤੁਹਾਡਾ ਬੱਚਾ ਹੀ ਹੈ। ਸੋ ਉਹ ਚਾਹੇ ਕਿੰਨੀਆਂ ਮੱਲਾਂ ਵੀ ਮਾਰ ਲੇ ਔਰ ਲੜਕਾ ਲੇਕਿਨ ਹਮੇਸ਼ਾ ਉਸ ਨੂੰ ਪ੍ਰੈਫਰ ਕਰਨਗੇ। ਇਹ ਸਾਡੇ DNA ਦਾ ਪਾਰਟ ਹੈ ਨਾ। ਇਹ ਸਾਨੂੰ ਪਤਾ ਲੱਗ ਗਿਆ ਸਾਰੀ ਜਿਸ ਤਰੀਕੇ ਨਾਲ ਸਮਾਜ ਇਵੋਲਵ ਹੁੰਦਾ ਹੈ ਕਿ ਇਹ ਸੋਚ ਠੀਕ ਨਹੀਂ ਹੈ, ਲੇਕਿਨ ਉਸ ਸੋਚ ਨੂੰ ਬਦਲਣ ਲਈ, ਉਸ ਦੀ ਟਰਾਂਸਫਰਮੇਸ਼ਨ ਲਿਆਉਣ ਲਈ ਜਿਸ ਤਰ੍ਹਾਂ ਹੋਰ ਵੈਸਟਰਨ ਸੁਸਾਇਟੀਜ਼ ਜਾਂ ਜਿਹੜੀਆਂ ਵੀ ਸੁਸਾਇਟੀ, ਮੈਂ ਨਹੀਂ ਕਹਿੰਦੀ ਉਹ ਬੜੀ ਕੋਈ ਐਡਵਾਂਸ, ਉਸ ਤਰ੍ਹਾਂ ਸਾਡੀਆਂ ਆਪਣੀਆਂ ਸਟਰੈਂਥਸ ਨੇ, ਲੇਕਿਨ ਜਿੱਥੇ ਤੱਕ ਲੜਕੀ ਦੇ ਸਟੇਟਸ ਦੀ ਗੱਲ ਹੋ ਰਹੀ ਹੈ ਤਾਂ ਕਿਸ ਤਰ੍ਹਾਂ ਉਹ ਇਹਨਾਂ ਨੇ ਇੱਕ ਗੈਪ ਘਟਾ ਲਿਆ ਤੇ ਸਾਨੂੰ ਹਲੇ 195 ਸਾਲ ਲੱਗਣੇ। ਇਹ ਕਿਉਂ ਹੋਇਆ? ਬਿਕੋਜ਼ ਇਹ ਕੋਈ ਇੱਕ ਇਟ ਇਜ਼ ਅ ਮਲਟੀ ਪ੍ਰੋਂਗਡ, ਕੰਪਲੈਕਸ ਚੀਜ਼ ਹੈ। ਹਰ ਪੱਖੋਂ ਇਸ ਦੇ ਉੱਤੇ ਲਗਾਤਾਰ ਕੰਮ ਕੌਨਸ਼ੀਅਸਲੀ ਹੋਣ ਦੀ ਲੋੜ ਹੈ। ਸਕੀਮਾਂ ਬਣਦੀਆਂ, ਪਾਲਿਸੀਜ਼ ਬਣਦੀਆਂ, ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਸਰਕਾਰਾਂ ਦਾ ਇੱਕ ਲਿਮਿਟਿਡ ਰੋਲ ਹੋ ਸਕਦਾ ਹੈ। ਜਿਵੇਂ ਗੱਲ ਹੋਈ ਸਿਵਲ ਸੁਸਾਇਟੀ, ਔਰ ਸੱਚੇ ਮਨ ਨਾਲ ਮੰਨ ਕੇ ਕਿ ਜਦੋਂ ਅਸੀਂ ਇਹ ਮੰਨੀਏ ਕਿ ਇਕੁਅਲੀ ਪ੍ਰੋਡਕਟਿਵ ਹੈ, ਲੜਕੀ ਵੀ ਤੁਹਾਡਾ ਓਨਾ ਹੀ ਧਿਆਨ ਰੱਖ ਸਕਦੀ ਹੈ, ਲੜਕੀ ਵੀ ਫੈਮਿਲੀ ਨੂੰ ਓਨਾ ਹੀ ਸਪੋਰਟ ਕਰ ਸਕਦੀ ਹੈ। ਸੋ ਇੱਕ ਜਿਹੜਾ ਸੋਸ਼ਲ ਕੰਸਟਰਕਟ ਬਣਾਇਆ ਹੋਇਆ ਹੈ ਕਿ ਲੜਕਾ ਹੀ ਤੁਹਾਡਾ, ਤੇ ਲੜਕੀ ਜੇ ਕੁਝ ਕਰ ਵੀ ਰਹੀ ਹੈ ਤੁਹਾਡੀ ਸਪੋਰਟ, ਤਾਂ ਉਹ ਵੀ ਸੋਸ਼ਲੀ ਸ਼ੇਮਿੰਗ ਕੀਤੀ ਜਾਂਦੀ ਹੈ। ਔਰ ਵਿਕਟਿਮ ਦੀ ਸ਼ੇਮਿੰਗ, ਸਪੈਸ਼ਲੀ ਅੱਜ ਦੇ ਕੰਟੈਕਸਟ ਜਿਹੜੀ ਸਟੋਰੀ ਆਪਣੀ ਅਸੀਂ ਹਾਦਸੇ ਦੀ ਗੱਲ ਕਰ ਰਹੇ ਹਾਂ, ਵਿਕਟਿਮ ਸ਼ੇਮਿੰਗ ਕਰਕੇ ਕਿ ਨਾ 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 ਦੱਸੋ ਨਾ, ਤੁਹਾਨੂੰ ਕੁੱਟ ਪੈ ਰਹੀ ਹੈ ਤੇ ਸ਼ਰਮ ਵੀ ਤੁਹਾਡੇ ਕਰਕੇ ਹੀ ਆ ਰਹੀ ਹੈ। ਆਈ ਮੀਨ ਇਸ ਤਰ੍ਹਾਂ ਦੀ ਸੋਚ। ਸੋ ਜਿਹੜੀਆਂ ਸਰਕਾਰ ਦੀਆਂ ਪਾਲਿਸੀਜ਼ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਨ ਵਾਲੀਆਂ ਏਜੰਸੀਜ਼ ਨੇ, ਜੇ ਪੁਲਿਸ ਹੋਈ, ਜੁਡੀਸ਼ਰੀ ਹੋਈ, ਐਗਜ਼ੈਕਟਿਵ, ਉਹਨਾਂ ਵਿੱਚ ਇੱਕ ਕਲੀਅਰ ਬਾਇਸ ਹੈਗਾ, ਐਂਟੀ ਵੂਮਨ ਹੈ। ਉਹ ਲਾਜ਼ ਪਰ ਸੇ ਨਹੀਂ ਹੈਗੇ ਲੇਕਿਨ ਬਾਇਸ ਹੈ। ਮੈਂ ਅਮਰੀਕਾ ਦੇ ਵਿੱਚ ਸੀ ਤੇ ਉੱਥੇ ਮੈਂ ਇੱਕ NGO ਦੇ ਨਾਲ ਮੇਰਾ ਸੰਪਰਕ ਹੋਇਆ ਜਿਹੜੇ ਕਿ ਕੋਰਟ ਰੂਮਸ ਦੇ ਵਿੱਚ ਸਿਰਫ ਇਹ ਚੀਜ਼ ਓਵਰਸੀ ਕਰਦੇ ਆ ਕਿ ਜੱਜਿਸ ਦੀ ਜਿਹੜੀ ਪਰਸੈਪਸ਼ਨ ਹੈ ਜਾਂ ਜਿਹੜੇ ਉਹਨਾਂ ਦੇ ਜੱਜਮੈਂਟਸ ਨੇ ਉਹਦੇ ਵਿੱਚ ਕਿਸ ਤਰ੍ਹਾਂ ਐਂਟੀ ਵੂਮਨ ਚੀਜ਼ ਆ ਰਹੀ ਹੈ। ਸੋ ਡੇਲੀ ਪ੍ਰੋਸੀਡਿੰਗਸ ਦੇ ਵਿੱਚ ਉਹ ਅਖਬਾਰ ਦੇ ਵਿੱਚ ਇਸ ਨੂੰ ਨੁਮਾਇਆ ਕਰਦੇ ਨੇ ਤਾਂ ਕਿ ਇਹ ਅਵੇਅਰਨੈਸ ਦਾ ਪਾਰਟ ਹੈ। ਸੋ ਇੱਕ ਕੰਸਿਸਟੈਂਟ ਪ੍ਰੋਸੈਸ ਹੈ, ਜਿਵੇਂ ਅਵੇਅਰਨੈਸ ਦੀ ਗੱਲ ਕੀਤੀ, ਐਂਡ ਅਵੇਅਰਨੈਸ ਐਂਡ ਬਿਲੀਵਿੰਗ ਇਨ ਦੈਟ ਕਿ ਇਹ ਜਿਹੜੀਆਂ ਕੁਰੀਤੀਆਂ ਨੇ ਇਹ ਸਾਨੂੰ ਅੱਗੇ ਨਹੀਂ ਜਾਣ ਦੇਣਗੀਆਂ। ਇਸ ਬਾਰੇ ਇੱਕ ਪੂਰੀ ਸਾਰੀ ਸੁਸਾਇਟੀ ਵੱਲੋਂ, ਸਾਰੇ ਇਦਾਰਿਆਂ ਵੱਲੋਂ ਕੰਮ ਕਰਨ ਦੀ ਲੋੜ ਹੈ, ਬੜਾ ਡੈਲੀਬਰੇਟਲੀ, ਕੌਨਸ਼ੀਅਸਲੀ। ਥੈਂਕ ਯੂ ਕਟਾਰੀਆ ਜੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬਗੈਰ ਕਿਸੇ ਟਿੱਪਣੀ ਦੇ ਦਰਸ਼ਕਾਂ ਦੇ ਛੱਡਦਾ ਕਿ ਸਾਡੇ ਮਹਿਮਾਨਾਂ ਨੇ ਜੋ ਸੁਨੇਹਾ ਦਿੱਤਾ ਇਸ ਮੁੱਦੇ ਤੇ ਜਿਹੜੇ ਸਵਾਲ ਉੱਠਦੇ ਆ ਕਿ ਭਵਿੱਖ 'ਚ ਜਿਹੜਾ ਹੈਗਾ, ਚਾਹੇ ਮਨਦੀਪ ਦੀ ਗੱਲ ਕਰ ਲਈਏ, ਪ੍ਰੀਤੀ ਦੀ ਗੱਲ ਕਰ ਲਈਏ, ਹੋਰ ਸੈਂਕੜੇ ਧੀਆਂ ਜਿਹੜੀਆਂ ਇਸ ਵੇਲੇ ਜ਼ਿੰਦਗੀ ਜਿਉਣ ਦੀ ਲੜਾਈ ਲੜ ਰਹੀਆਂ, ਉਹਨਾਂ ਨੂੰ ਬਚਾਇਆ ਜਾ ਸਕਦਾ ਹੈ। ਅੱਜ ਦੀ ਬਹਿਸ ਇਹੋ ਵੱਡਾ ਸਵਾਲ ਸਾਡੇ ਦਰਸ਼ਕਾਂ ਲਈ ਛੱਡ ਕੇ ਜਾ ਰਹੀ ਹੈ। ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਜਿਹੜੇ ਇਸ ਮੁੱਦੇ ਤੇ ਆਏ, ਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।